ਗੱਲਬਾਤ ਕਰਨ ਲਈ ਸਾਡੇ ਦਰਮਿਆਨ ਪੰਜਾਬ ਦੇ ਫਾਈਨਾਂਸ ਮਿਨਿਸਟਰ ਜਿਨ੍ਹਾਂ ਕੋਲੇ ਪੰਜਾਬ ਦੇ ਖਜ਼ਾਨੇ ਦੀਆਂ ਕੁੰਜੀਆਂ ਨੇ। ਸੋ ਜਦੋਂ ਖਜ਼ਾਨੇ ਦੇ ਵਿੱਚੋਂ ਕੁਝ ਨਿਕਲੇਗਾ ਤੇ ਜਦੋਂ ਉਹ ਲੋਕਾਂ ਦੇ ਵਿੱਚ ਜਾਏਗਾ ਤੇ ਆਪਣੇ ਆਪ ਜਿਹੜੀ ਹੈ ਉਹ ਤਰੱਕੀ ਹੋਵੇਗੀ। ਕਾਰੋਬਾਰ ਦਾ ਵਪਾਰ ਦਾ ਜਦੋਂ ਪਹੀਆ ਚੱਲੇਗਾ ਤੇ ਫਿਰ ਸਾਰੇ ਪਾਸੇ ਜਿਹੜੀਆਂ ਉਹ ਖੁਸ਼ੀਆਂ ਹੋਣਗੀਆਂ, ਲਹਿਰਾਂ ਬਹਿਰਾਂ ਹੋਣਗੀਆਂ। ਕਿਉਂਕਿ ਮੈਨੂੰ ਯਾਦ ਹੈ ਕਿ ਹੁਣ ਤਾਂ ਭਗਵੰਤ ਮਾਨ ਜਿਹੜੇ ਆ ਪੰਜਾਬ ਦੇ ਮੁੱਖ ਮੰਤਰੀ ਹੈ, ਜਦੋਂ ਉਹ ਪਾਰਟੀ ਦੇ ਇਕੱਲੇ ਪ੍ਰਧਾਨ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀਗੇ ਇਸ ਨੂੰ ਅਸੀਂ ਖਜ਼ਾਨਾ ਖਾਲੀ ਨਾ ਕਹੀਏ, ਇਸ ਨੂੰ ਅਸੀਂ ਪੀਪਾ ਕਹੀਏ। ਸੋ ਹੁਣ ਅਸੀਂ ਇਸ ਨੂੰ ਪੀਪਾ ਨਹੀਂ ਖਜ਼ਾਨਾ ਕਹਾਂਗੇ ਕਿਉਂਕਿ ਇਸ ਨੂੰ ਭਰਨ ਵੱਲ ਸਰਕਾਰ ਤੁਰੀ ਹੈ। ਔਰ ਲੀਡਰਸ਼ਿਪ ਦੀ ਖਾਸ ਤੌਰ ਦੇ ਉੱਤੇ ਅਸੀਂ ਗੱਲ ਕਰਨੀ ਹੈ। ਉਹ ਸੰਘਰਸ਼ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ, ਨਵੇਂ ਜਿਹੜੇ ਲੀਡਰ ਪੈਦਾ ਕੀਤੇ ਹੈ। ਗੱਲਬਾਤ ਕਰਨ ਲਈ ਸਾਡੇ ਨਾਲ ਹਰਪਾਲ ਚੀਮਾ ਜੀ। ਹਰਪਾਲ ਚੀਮਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ। बहुत बहुत शुक्रिया ਤੁਹਾਡਾ, ਤੁਹਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਚੀਮਾ ਸਾਹਿਬ, ਇੱਕ ਗੱਲ ਹੈ ਕਿ ਜਦੋਂ ਪਾਰਟੀ ਸੰਘਰਸ਼ ਦੇ ਰਾਹ ਦੇ ਉੱਤੇ ਸੀਗੀ, ਜਦੋਂ ਜਿਵੇਂ ਕਿਸਾਨਾਂ ਨੇ ਦਿੱਲੀ ਧਰਨਾ ਲਾਇਆ ਸੀ, ਐਵੇਂ ਦਿੱਲੀ ਦੇ ਵਿੱਚ ਧਰਨੇ ਦੇ ਵਿੱਚੋਂ ਪਾਰਟੀ ਜਿਹੜੀ ਇੱਕ ਪ੍ਰੋਟੈਸਟ ਦੇ ਵਿੱਚੋਂ ਨਿਕਲੀ। ਬਹੁਤ ਸਾਰੇ ਨਵੇਂ ਮੁੰਡਿਆਂ ਨੂੰ, ਕੁੜੀਆਂ ਨੂੰ ਮੌਕਾ ਮਿਲਿਆ ਜਿਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਅਸੀਂ ਵਿਧਾਇਕ ਬਣ ਜਾਵਾਂਗੇ। ਵਿਧਾਇਕ ਤੋਂ ਬਾਅਦ ਵਜ਼ੀਰ ਤੱਕ ਬਣ ਗਏ ਆ, ਫਿਰ ਹੋਰ ਬਹੁਤ ਸਾਰੇ ਮੌਕੇ ਮਿਲੇ ਆ। ਸੋ ਇੱਥੇ ਤੱਕ ਪਹੁੰਚਣ ਦਾ ਔਰ ਇਹ ਲੀਡਰਸ਼ਿਪ ਦਾ ਅਨੁਭਵ ਕਿਹੋ ਜਿਹਾ? ਆਮ ਆਦਮੀ ਪਾਰਟੀ ਜਿਹੜੀ ਐਂਟੀ ਕਰਪਸ਼ਨ ਮੂਵਮੈਂਟ ਦੇਸ਼ ਦੇ ਵਿੱਚ ਸ਼ੁਰੂ ਹੋਈ, ਉਸ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਜਨਮ ਹੋਇਆ। ਬਿਲਕੁਲ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮੋ ਦੀ ਅਗਵਾਈ ਦੇ ਵਿੱਚ ਦਿੱਲੀ ਦੀ ਪਹਿਲੀ ਇਲੈਕਸ਼ਨ ਕੰਟੈਸਟ ਕੀਤੀ ਔਰ 28 ਵਿਧਾਇਕ, ਇਹ ਪਹਿਲੀ ਪਾਰਟੀ ਹੈ ਜਿਹਨੂੰ ਪਹਿਲੀ ਇਲੈਕਸ਼ਨ ਦੇ ਵਿੱਚ ਹੀ 28 ਵਿਧਾਇਕ ਦਿੱਲੀ ਦੇ ਲੋਕਾਂ ਨੇ ਜਿਤਾ ਕੇ ਦਿੱਲੀ ਦੀ ਅਸੈਂਬਲੀ 'ਚ ਭੇਜੇ ਔਰ ਪਹਿਲੀ ਸਰਕਾਰ ਬਣੀ ਔਰ ਲਗਭਗ 49 ਦਿਨ ਉਹ ਸਰਕਾਰ ਜਿਹੜੀ ਆ ਉਹ ਚੱਲੀ। ਉਸ ਤੋਂ ਬਾਅਦ ਕਿਉਂਕਿ ਬਹੁਮਤ ਨਹੀਂ ਸੀਗਾ, ਸਰਕਾਰ ਜਿਹੜੀ ਡਿੱਗੀ ਔਰ ਸਰਕਾਰ ਦਾ ਬਹੁਮਤ ਦੂਜੀ ਪਾਰਟੀ ਨੇ ਵਾਪਸ ਲੈ ਲਿਆ, ਆਪਦਾ ਜਿਹੜਾ ਸਪੋਰਟ ਸੀਗੀ। ਔਰ ਉਸ ਤੋਂ ਬਾਅਦ ਜਦੋਂ ਦੂਜੀ ਵਾਰ ਇਲੈਕਸ਼ਨ ਲੜੀ ਤਾਂ 17 ਚੋਂ 67 ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ। 5 ਸਾਲ ਕੰਮ ਕੀਤਾ ਦਿੱਲੀ 'ਚ। ਤੀਜੀ ਵਾਰ ਇਲੈਕਸ਼ਨ ਲੜੀ, 17 ਚੋਂ 62 ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ। ਔਰ ਦੂਜੇ ਪਾਸੇ ਦੂਜਾ ਸਟੇਟ ਸੀ ਪੰਜਾਬ। ਪੰਜਾਬ ਦੇ ਵਿੱਚ ਪਹਿਲੀ ਵਾਰ ਪਾਰਲੀਮੈਂਟ ਦੀ ਇਲੈਕਸ਼ਨ ਲੜੀ। 2014 'ਚ 4 ਮੈਂਬਰ ਪਾਰਲੀਮੈਂਟ ਬਣੇ। 2019 'ਚ ਸੈਕੰਡ ਟਾਈਮ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਔਰ 1 ਮੈਂਬਰ ਪਾਰਲੀਮੈਂਟ ਸਰਦਾਰ ਭਗਵੰਤ ਸਿੰਘ ਮਾਨ ਜੀ ਬਣੇ। ਔਰ ਉਸ ਤੋਂ ਪਹਿਲਾਂ 2017 ਦੇ ਵਿੱਚ ਪਹਿਲੀ ਵਾਰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਤੀਜੀ ਪਾਰਟੀ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਲੜੀ। ਫਸਟ ਟਾਈਮ ਹੋਇਆ ਕਿ ਪਹਿਲੀ ਵਾਰ ਅਸੀਂ ਆਪੋਜੀਸ਼ਨ ਧਿਰ ਦੇ ਵਿੱਚ ਆਏ ਔਰ 20 MLA ਆਮ ਆਦਮੀ ਪਾਰਟੀ ਦੇ ਜਿੱਤੇ ਔਰ 2 MLA ਸਾਡੇ ਅਲਾਇੰਸ ਪਾਰਟਨਰ ਦੇ ਜਿੱਤੇ। 22 MLA ਸਾਡੇ ਵੱਲ ਜਿੱਤ ਕੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਗਏ। ਇਸ ਤੋਂ ਪਹਿਲਾਂ ਬਹੁਤ ਸਾਰੀਆਂ ਪਾਰਟੀਆਂ ਬਣੀਆਂ। 2017 ਤੋਂ ਪਹਿਲਾਂ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਜਿਹੜਾ ਹੈਗਾ ਜਨਮ ਹੋਇਆ ਪੰਜਾਬ ਵਿੱਚ, ਪਰ ਪੰਜਾਬ ਦੇ ਲੋਕਾਂ ਨੇ ਕਿਸੇ ਰਾਜਨੀਤਿਕ ਧਿਰ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ। 2 ਪਾਰਟੀ ਸਿਸਟਮ ਚੱਲਦਾ ਰਿਹਾ। ਇੱਕ ਪਾਸੇ ਕਾਂਗਰਸ ਪਾਰਟੀ ਹੁੰਦੀ ਸੀ ਔਰ ਦੂਜੇ ਪਾਸੇ ਅਕਾਲੀ ਦਲ BJP ਦਾ ਜਿਹੜਾ ਗੱਠਜੋੜ ਹੁੰਦਾ ਸੀਗਾ। ਪਹਿਲੀ ਵਾਰ 2017 ਦੇ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਐਂਟਰੀ ਕੀਤੀ। ਬੜੀਆਂ ਮੁਸ਼ਕਲਾਂ ਵੀ ਆਈਆਂ, ਤੁਹਾਨੂੰ ਸਾਰਿਆਂ ਨੂੰ ਪਤਾ, ਬੜੀ ਟੁੱਟ ਭੱਜ ਵੀ ਹੋਈ, ਪਰ ਲੇਕਿਨ ਲਗਾਤਾਰ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੀ ਰਹੀ। ਲਗਾਤਾਰ ਹਰੇਕ ਮੁੱਦਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ, ਪੰਜਾਬ ਦੀ ਵਿਧਾਨ ਸਭਾ ਦੇ ਬਾਹਰ, ਸੜਕਾਂ ਤੇ ਵੀ, ਅਸੈਂਬਲੀ ਦੇ ਅੰਦਰ ਵੀ ਜਿਹੜਾ ਹੈਗਾ ਲੋਕਾਂ ਦੇ ਮੁੱਦੇ ਰੇਜ਼ ਕੀਤੇ। ਔਰ ਉਸ ਤੋਂ ਬਾਅਦ 2022 ਦੀ ਇਲੈਕਸ਼ਨ ਆਈ। ਪੰਜਾਬ ਦੇ ਲੋਕਾਂ ਨੇ ਭਰਪੂਰ ਪਿਆਰ ਸਮਰਥਨ ਦਿੱਤਾ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਇੱਕ ਵੱਡੇ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਆ ਉਹ ਸੱਤਾ 'ਚ ਆਈ ਔਰ ਲਗਾਤਾਰ ਪੰਜਾਬ ਦੇ ਲੋਕਾਂ ਲਈ ਕੰਮ ਕਰ ਰਹੇ ਹਾਂ। ਬਿਲਕੁਲ ਤੁਹਾਡਾ ਸਵਾਲ ਆ ਕਿ ਨਵੇਂ ਇਹ ਸਾਡੀ ਪਾਰਟੀ ਦੇ ਵਿੱਚ 92 MLA ਜਿੱਤੇ ਨੇਗੇ ਔਰ ਲਗਭਗ 82 MLA ਫਸਟ ਟਾਈਮ 82 ਜਿਹੜੇ MLA ਨੇ ਉਹ ਫਸਟ ਟਾਈਮ ਪੰਜਾਬ ਦੀ ਵਿਧਾਨ ਸਭਾ 'ਚ ਪਹੁੰਚੇ ਨੇ। ਇੱਕ ਵੱਡਾ ਜਿਹੜਾ ਮੈਂ ਸਮਝਦਾ ਰੋਲ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਗਿਆ ਔਰ ਇੱਕ ਨਵੀਂ ਸ਼ੁਰੂਆਤ ਜਿਹੜੀ ਆ ਪੰਜਾਬ 'ਚ ਹੋਈ ਆ। ਵੱਡੇ ਲੋਕ ਜਿਨ੍ਹਾਂ ਨੇ 6 ਇਲੈਕਸ਼ਨਾਂ ਜਿੱਤੀਆਂ, 7 ਇਲੈਕਸ਼ਨਾਂ ਜਿੱਤੀਆਂ, 5 ਇਲੈਕਸ਼ਨਾਂ ਜਿੱਤੀਆਂ, ਬਹੁਤ ਇਲੈਕਸ਼ਨਾਂ ਜਿੱਤਦੇ ਰਹੇ। ਵੱਡੇ ਪਰਿਵਾਰ ਸੀ ਜਿਹੜੇ ਜੀ, ਉਹ ਰਾਜਨੀਤਿਕ ਸੀਨ ਤੋਂ ਪੰਜਾਬ ਦੇ ਲੋਕਾਂ ਨੇ ਪਾਸੇ ਕੀਤੇ ਨੇ, ਉਹਨੂੰ ਸਾਈਡ ਤੇ ਕੀਤਾ ਗਿਆ ਕਿਉਂਕਿ ਪਿਛਲੇ ਲੰਬੇ ਅਰਸੇ ਤੋਂ ਪੰਜਾਬ ਦਾ ਜਿਹੜਾ ਪ੍ਰਬੰਧ ਸੀਗਾ, ਜਿਹੜਾ ਪੰਜਾਬ ਦਾ ਜੋ ਸੀਨ ਅੱਜ ਹੋਣਾ ਚਾਹੀਦਾ ਸੀ,
ਜਿਸ ਜਗ੍ਹਾ ਦੇ ਉੱਤੇ ਅੱਜ ਪੰਜਾਬ ਨੂੰ ਹੋਣਾ ਚਾਹੀਦਾ ਸੀ ਉਸ ਤੋਂ ਕਿਤੇ ਪਿੱਛੇ ਚਲਿਆ ਗਿਆ। ਔਰ ਅੱਜ ਮੈਂ ਸਮਝਦਾ ਉਹ ਜਿਹੜੀ ਪਿੱਛੇ ਚਲਿਆ ਗਿਆ ਉਹਨਾਂ ਵਿਰੋਧੀ ਪਾਰਟੀਆਂ ਨੂੰ ਸਜ਼ਾ ਸੁਣਾਈ ਔਰ ਸਾਨੂੰ ਜਿਹੜਾ ਹੈਗਾ ਮੈਂਡੇਟ ਦਿੱਤਾ। ਸਾਡਾ ਹੁਣ ਫਰਜ਼ ਆ ਕਿ ਅਸੀਂ ਪੰਜਾਬ ਨੂੰ ਨੰਬਰ 1 ਸੂਬਾ ਬਣਾਈਏ ਔਰ ਇਸ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਯੋਗ ਅਗਵਾਈ ਦੇ ਵਿੱਚ ਜਿਹੜੀ ਸਾਡੀ ਸਰਕਾਰ ਉਹ ਕੰਮ ਕਰ ਰਹੀ ਹੈ। ਇਹ ਜਿਹੜੇ ਅੱਗੇ ਲਿਜਾਣ ਲਈ ਤੁਹਾਡੇ ਯਤਨ ਨੇ ਉਪਰਾਲੇ ਇਹਦੇ ਉੱਤੇ ਵੀ ਗੱਲ ਕਰਾਂਗੇ, ਪਰ ਮੈਂ ਪਹਿਲਾ ਜਿਹੜਾ ਇੱਕ ਪੜਾਅ ਹੈ ਉਹ ਲੀਡਰਸ਼ਿਪ ਦੇ ਉੱਤੇ ਕੇਂਦਰਿਤ ਕਰਨਾ ਚਾਹੁੰਦਾ। ਉਹ ਇਸ ਕਰਕੇ ਕਿਉਂਕਿ ਇੱਕ ਜਦੋਂ ਯੋਗ ਅਗਵਾਈ ਹੁੰਦੀ ਹੈ, ਇੱਕ ਚੰਗੀ ਲੀਡਰਸ਼ਿਪ ਹੁੰਦੀ ਹੈ ਤਾਂ ਉਸ ਦੇ ਨਾਲ ਕੋਈ ਸੋਹਣੀ ਚੀਜ਼ ਹੋਣ ਦੇ ਵਿੱਚ ਆਉਂਦੀ ਹੈ। ਜਿਵੇਂ ਤੁਸੀਂ ਦੱਸਿਆ ਕਿ 82 ਪਹਿਲੀ ਵਾਰੀ ਨੇ ਤੇ ਕੁੱਲ 92 ਜਿਹੜੇ ਬਣ ਕੇ ਆਏ ਆ। ਇੱਥੇ ਜਿੰਨਾ ਯੰਗਸਟਰ ਬੈਠੇ ਆ ਜਾਂ ਇਸ ਸੋਚ ਦੇ ਨਾਲ ਆਏ ਆ ਕਿ ਚੰਗਾ ਲੀਡਰ ਬਣਨਾ ਚਾਹੁੰਦੇ ਆ। ਲੀਡਰ ਦਾ ਮਤਲਬ ਇਕੱਲਾ ਹੀ ਨਹੀਂ ਹੈ ਕਿ ਉਹਨੇ ਸਿਆਸੀ ਲੀਡਰ ਬਣਨਾ, ਉਹ ਕਿਸੇ ਵੀ ਖੇਤਰ ਦੇ ਵਿੱਚ ਲੀਡ ਜਿਹੜਾ ਇੱਕ ਸਮੁਦਾਇ ਨੂੰ ਲੀਡ ਕਰੇ ਉਹ ਲੀਡਰ ਹੈ। ਸੋ ਤੁਹਾਡੀ ਪਾਰਟੀ ਦੇ ਕੋਲ ਅਜਿਹੀ ਲੀਡਰਸ਼ਿਪ ਕਿਹੜੀ ਲੀਡਰਸ਼ਿਪ ਸੀ, ਕਿਹੜਾ ਗੁਰਮੰਤਰ ਸੀਗਾ ਕਿ ਉਹ ਹੋਂਦ ਦੇ ਵਿੱਚ ਸਰਕਾਰ ਲਿਆਏ? ਦੇਖੋ ਅਸੀਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਸਾਡੀ ਪਾਰਟੀ ਦੀ ਜਿਹੜੀ ਹੈ ਲੀਡਰਸ਼ਿਪ ਗਈ। ਸਰਦਾਰ ਭਗਵੰਤ ਸਿੰਘ ਮਾਨ ਜੀ ਗਏ, ਮੈਂ ਬੀਇੰਗ ਏ ਲੀਡਰ ਆਫ ਆਪੋਜੀਸ਼ਨ ਪੰਜਾਬ 'ਚ ਭੂਮਿਕਾ ਨਿਭਾ ਰਿਹਾ ਸੀ। 3.5 ਸਾਲ ਮੈਂ ਉਹ ਭੂਮਿਕਾ ਨਿਭਾਈ ਔਰ ਮੈਂ ਖੁਦ ਗਿਆ, ਸਾਡੀ ਟੀਮ ਗਈ। ਅਸੀਂ ਨਵੇਂ ਜਿਹੜੇ ਨੌਜਵਾਨ ਸੀਗੇ, ਨਵੇਂ ਨੌਜਵਾਨ ਸੀ, ਨਵੇਂ ਮੁੰਡੇ ਕੁੜੀਆਂ ਸੀ, ਉਹਨਾਂ ਨੂੰ ਆਇਡੈਂਟੀਫਾਈ ਕੀਤਾ, ਉਹਨਾਂ ਨੂੰ ਲਿਆ ਕੇ ਇੱਕ ਪਲੇਟਫਾਰਮ ਦਿੱਤਾ ਔਰ ਉਹਨਾਂ ਨੇ ਪਰਫਾਰਮ ਕੀਤਾ। ਅੱਜ ਉਹ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ MLA ਬਣੇ ਹੋਏ ਨੇਗੇ। ਸੋ ਇਹਦੇ ਲਈ ਇੱਕ ਸੁਹਿਰਦ ਯਤਨ ਸੀਗੇ, ਉਹ ਲੰਬੇ ਅਰਸੇ ਤੋਂ ਪਾਰਟੀ ਨੇ ਕੀਤੇ। ਪਿਛਲੇ 5 ਸਾਲ ਤਾਂ ਸਪੈਸ਼ਲੀ ਕੀਤੇ, ਉਸ ਤੋਂ ਪਹਿਲਾਂ ਵੀ ਕੀਤੇ। ਅਰਵਿੰਦ ਕੇਜਰੀਵਾਲ ਜੀ ਦੀਆਂ ਟੀਮਾਂ ਔਰ ਸਾਡੀ ਨੈਸ਼ਨਲ ਲੀਡਰਸ਼ਿਪ ਬਾਰ-ਬਾਰ ਪੰਜਾਬ 'ਚ ਆਉਂਦੀ ਸੀਗੀ ਔਰ ਸੇਧ ਦਿੰਦੀ ਸੀ ਨਵੇਂ ਨੌਜਵਾਨਾਂ ਨੂੰ। ਔਰ ਬਹੁਤ ਸਾਰੇ ਇਸ ਤਰ੍ਹਾਂ ਦੇ ਨੇਗੇ, ਤੁਸੀਂ ਦੇਖਿਆ ਕਿ ਜੇ ਮੈਂ ਗੱਲ ਕਰਾਂ, ਇੱਕ ਸਾਡੇ MLA ਸਾਹਿਬਾਨ ਜਿੱਤੇ ਨੇਗੇ ਅੰਮ੍ਰਿਤਸਰ ਤੋਂ, ਜਿਨ੍ਹਾਂ ਨੇ 2 ਵੱਡੇ ਦਿਗਜ ਨੂੰ ਹਰਾਇਆ ਗਾ। ਉਹ ਸਿਰਫ ਇੱਕ ਟੀਚਰ ਸੀਗੇ ਸਕੂਲ ਦੇ। ਬਹੁਤ ਸਾਰੇ ਟੀਚਰ ਨੇਗੇ, ਬਹੁਤ ਸਾਰੇ ਜਿਹੜੇ ਡਾਕਟਰ ਨੇਗੇ, ਬਹੁਤ ਸਾਰੇ ਰਿਟਾਇਰਡ ਆਫੀਸਰ ਨੇਗੇ, ਬਹੁਤ ਸਾਰੇ ਇਸ ਤਰ੍ਹਾਂ ਦੇ ਨੇਗੇ ਕਿ ਜਿਨ੍ਹਾਂ ਨੇ ਆਪਣੇ ਪ੍ਰੋਫੈਸ਼ਨ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਨਾਮ ਸੀਗਾ। ਉਹ ਸਾਰੇ ਅਸੀਂ ਇੱਕ ਪਲੇਟਫਾਰਮ ਤੇ ਲੈ ਕੇ ਆਂਦੇ ਔਰ ਸਭ ਨੂੰ ਇੱਕ ਬੇਨਤੀ ਕੀਤੀ ਕਿ ਆਪਾਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੇ ਲਈ ਆਪਾਂ ਨੇ ਕੰਮ ਕਰਨਾ ਔਰ ਸਾਰਿਆਂ ਨੇ ਸਾਥ ਦਿੱਤਾ। ਅੱਜ 92 MLA ਪੰਜਾਬ ਦੀ ਵਿਧਾਨ ਸਭਾ 'ਚ ਨੇ ਔਰ ਇਹ ਮੈਂ ਬਾਰ-ਬਾਰ ਕਹਿ ਰਿਹਾਗਾ ਕਿ ਇਹ ਵੀ ਇੱਕ ਪੰਜਾਬ ਦੇ ਲੋਕਾਂ ਨੇ ਨਵਾਂ ਐਕਸਪੈਰੀਮੈਂਟ ਕੀਤਾ ਗਾ ਕਿ ਵੱਡੇ ਪਰਿਵਾਰ ਜਿਹੜੇ ਕਹਿੰਦੇ ਸੀਗੇ ਪੰਜਾਬ ਦੀ ਰਾਜਨੀਤੀ, ਪੰਜਾਬ ਦਾ ਸਿਆਸੀ ਪ੍ਰਬੰਧ ਸਾਡੇ ਤੋਂ ਬਗੈਰ ਨਹੀਂ ਚੱਲਣਾ, ਉਹ ਸੀਨ ਤੋਂ ਪਾਸੇ ਕੀਤਾ ਗਿਆ। ਅੱਜ ਨਵੇਂ ਮੁੰਡੇ ਕੁੜੀਆਂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਮਿਨਿਸਟਰ ਬਣੇ ਹੋਏ ਨੇਗੇ, ਪਹਿਲੀ ਵਾਰ ਜਿੱਤੇ ਨੇ, ਪਹਿਲੀ ਵਾਰ ਮਿਨਿਸਟਰ ਨੇਗੇ, ਬੜਾ ਅੱਛਾ ਪਰਫਾਰਮ ਕਰ ਰਹੇ ਨੇਗੇ, ਬੜੇ ਡਿਪਾਰਟਮੈਂਟ ਨੂੰ ਅੱਗੇ ਲੈ ਕੇ ਜਾ ਰਹੇ ਨੇਗੇ। ਔਰ ਇਹ ਵੀ ਪਹਿਲੀ ਵਾਰ ਹੋਇਆਗਾ ਕਿ ਹਰ ਖੇਤਰ ਦੇ ਵਿੱਚ ਸਾਡੀ ਜਿਹੜੀ ਇਨਕਮ ਆ ਉਹ ਵੀ ਵਧੀਆ ਗਈ। ਸਾਡਾ ਖਜ਼ਾਨਾ, ਜਿਵੇਂ ਤੁਸੀਂ ਕਿਹਾ ਸੀਗਾ ਕਿ ਖਜ਼ਾਨਾ ਮੰਤਰੀ ਆਏ ਨੇਗੇ, ਸਾਡਾ ਖਜ਼ਾਨਾ ਵੀ ਭਰਨ ਲੱਗਿਆਗਾ ਔਰ ਸਾਡੇ ਡਿਵੈਲਪਮੈਂਟ ਦੇ ਕੰਮ ਜਿਹੜੇ ਉਹਨਾਂ ਦੀ ਸ਼ੁਰੂਆਤ ਹੋ ਚੁੱਕੀ ਆ। ਪਹਿਲੀ ਸਰਕਾਰ ਆ ਗਈ, ਜਿੰਨਾ ਕਿ ਮੈਂ ਜਾਣਦਾ ਜਾਂ ਤੁਸੀਂ ਜਾਣਦੇ ਹੋਵੋਗੇ, ਸ਼ਾਇਦ ਮੇਰੇ ਨਾਲ ਤੁਸੀਂ ਸਹਿਮਤ ਹੋਵੋਗੇ ਕਿ ਪਿਛਲੇ 25 ਸਾਲਾਂ 'ਚ ਕੀ ਹੁੰਦਾ ਰਿਹਾਗਾ ਕਿ ਜਦੋਂ 4 ਸਾਲ ਪੂਰੇ ਹੋ ਜਾਂਦੇ ਸੀਗੇ, 4 ਸਾਲਾਂ ਬਾਅਦ ਸਰਕਾਰਾਂ ਜਿਹੜੀਆਂ ਸੀਗੀਆਂ ਉਹ ਮਾੜਾ ਮੋਟਾ ਕੰਮ ਕਰਨ ਲੱਗਦੀਆਂ ਸੀ। 4 ਸਾਲਾਂ ਬਾਅਦ ਨੌਕਰੀਆਂ ਦੀ ਐਡਵਰਟਾਈਜ਼ਮੈਂਟ ਹੁੰਦੀ ਸੀ, ਨੌਕਰੀਆਂ ਲਈ ਇਸ਼ਤਿਹਾਰ ਜਾਰੀ ਹੁੰਦਾ ਸੀਗਾ। 4 ਸਾਲਾਂ ਬਾਅਦ ਪਿੰਡਾਂ ਲਈ ਗ੍ਰਾਂਟਾਂ ਜਾਰੀ ਹੁੰਦੀਆਂ ਸੀ, ਸ਼ਹਿਰਾਂ ਲਈ ਗ੍ਰਾਂਟਾਂ ਜਾਰੀ ਹੁੰਦੀਆਂ ਸੀ। ਸਾਡੀ ਸਰਕਾਰ ਆ ਜਿਹਨੇ ਪਹਿਲਾਂ 4 ਮਹੀਨਿਆਂ 'ਚ, ਪਹਿਲਾਂ 5 ਮਹੀਨਿਆਂ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਫਸਟ ਟਾਈਮ ਹੋਇਆਗਾ ਕਿ ਐਜੂਕੇਸ਼ਨ ਦਾ ਬਜਟ ਵਧਾਇਆਗਾ। ਫਸਟ ਟਾਈਮ ਹੋਇਆਗਾ ਕਿ ਅਸੀਂ ਮੈਡੀਕਲ ਐਜੂਕੇਸ਼ਨ ਦਾ, ਮੈਡੀਕਲ ਖੇਤਰ ਦਾ ਜਿਹੜਾ ਹੈਗਾ ਬਜਟ ਵਧਾਇਆਗਾ। ਪਹਿਲੀ ਵਾਰ ਹੋਇਆਗਾ ਕਿ ਅਸੀਂ ਐਕਸਾਈਜ਼ ਦੀ ਨਵੀਂ ਪਾਲਿਸੀ ਲੈ ਕੇ ਆਏਗੇ। ਪਹਿਲੀ ਵਾਰ ਹੋਇਆਗਾ ਕਿ ਮਾਈਨਿੰਗ ਦੀ ਨਵੀਂ ਪਾਲਿਸੀ ਆ ਰਹੀ ਹੈ। ਨਹੀਂ, 25-30 ਸਾਲਾਂ ਤੋਂ ਇੱਕੋ ਹੀ ਪਾਲਿਸੀ ਕੰਮ ਕਰ ਰਹੀ ਸੀ ਔਰ ਉਸ ਪਾਲਿਸੀ ਦੇ ਤਹਿਤ ਜਿਹੜੇ ਲੀਡਰ ਸੀ, ਪੈਸਾ ਜਿਹੜਾ ਖਜ਼ਾਨੇ 'ਚ ਆਉਣਾ ਚਾਹੀਦਾ ਸੀਗਾ ਉਹ ਲੀਡਰਾਂ ਦੇ ਘਰਾਂ ਜਾਂਦਾ ਸੀਗਾ ਔਰ ਪਹਿਲੀ ਵਾਰ ਹੋਇਆਗਾ ਕਿ ਉਹ ਸਾਰਾ ਪੈਸਾ ਖਜ਼ਾਨੇ ਵੱਲ ਉਹਦਾ ਰਾਹ ਹੋਇਆਗਾ। ਔਰ ਜਿੱਥੇ ਵੀ ਲੀਕੇਜ ਸੀਗੀ, ਜਿੰਨੀਆਂ ਵੀ ਲੀਕੇਜ ਸੀਗੀਆਂ, ਉਹ ਲੀਕੇਜ ਅਸੀਂ ਬੰਦ ਕੀਤੀਆਂ ਲੱਗੀਆਂ। ਇਲੈਕਸ਼ਨ ਦੇ ਦੌਰਾਨ ਬਹੁਤ ਵੱਡਾ ਮੁੱਦਾ ਸੀਗਾ ਪੰਜਾਬ ਦੇ ਯੰਗਸਟਰ, ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਸਰਗਰਮ ਸੀਗੇ, ਇਹ ਕਹਿੰਦੇ ਸੀਗੇ ਕਿ ਇੱਕ MLA ਬਣਿਆ ਉਹਦੀ ਇੱਕ ਪੈਨਸ਼ਨ ਹੋਣੀ ਚਾਹੀਦੀ ਆ। ਜਿਹੜਾ ਮੁਲਾਜ਼ਮ 25 ਸਾਲ 30 ਸਾਲ 40 ਸਾਲ ਆਪਣੀ ਨੌਕਰੀ ਕਰਦਾਗਾ ਉਹਨੂੰ ਇੱਕ ਪੈਨਸ਼ਨ ਮਿਲਦੀ ਆ। ਬੇਸ਼ੱਕ ਉਹ ਪੁਰਾਣੀ ਸਰਕਾਰਾਂ ਨੇ ਬੰਦ ਕਰ ਦਿੱਤੀ, ਪਰ ਲੇਕਿਨ ਇੱਕ ਵਿਧਾਇਕ ਇੱਕ ਵਾਰ ਚੁਣਨ ਤੋਂ ਬਾਅਦ ਜੇ 4 ਵਾਰ ਚੁਣਿਆ 4 ਪੈਨਸ਼ਨਾਂ ਲੱਗੀਆਂ। ਸਾਡੀ ਸਰਕਾਰ ਨੇ ਅਨੁਸਾਰ ਫੈਸਲਾ ਕੀਤਾ, ਪੰਜਾਬ 'ਚ ਲਾਗੂ ਵੀ ਕੀਤਾ, ਇੱਕ ਵਿਧਾਇਕ ਇੱਕ ਪੈਨਸ਼ਨ ਹੋ ਗਈ। ਔਰ ਇਸ ਦੇ ਨਾਲ ਵੱਡਾ ਯਤਨ ਹੋਇਆਗਾ ਕਿ 20 ਕਰੋੜ ਰੁਪਏ, ਲਗਭਗ 20 ਕਰੋੜ ਰੁਪਏ ਸਾਲਾਨਾ ਜਿਹੜੀ ਬਚਤ ਹੋਈ ਆ ਔਰ 100 ਕਰੋੜ ਰੁਪਈਆ ਜੇ ਆਪਾਂ 5 ਸਾਲਾਂ ਨੂੰ ਗੱਲ ਕਰੀਏ ਤਾਂ 5 ਸਾਲ ਲਈ ਲੋਕਾਂ ਨੇ ਮੈਂਡੇਟ ਦਿੱਤਾਗਾ, 5 ਸਾਲ ਲਈ ਲੋਕਾਂ ਨੇ ਜਿਹੜਾ ਸਾਨੂੰ ਜਿਤਾ ਕੇ ਭੇਜਿਆਗਾ ਔਰ 5 ਸਾਲਾਂ ਦੇ ਵਿੱਚ 100 ਕਰੋੜ ਰੁਪਈਆ ਜਿਹੜਾ ਹੈਗਾ ਉਹ ਸਾਡੀ ਬਚਤ ਹੋਣੀ ਹੈ। ਇਸੇ ਤਰ੍ਹਾਂ ਮੈਂ ਗੱਲ ਕਰਾਂ, ਦੂਜਾ ਅਦਾਰਾਗਾ
ਪੰਜਾਬ ਪਬਲਿਕ ਸਰਵਿਸ ਕਮਿਸ਼ਨ ਜਿਹਦੇ ਵਿੱਚ 10 ਮੈਂਬਰ ਬਣਾਏ ਹੋਏ ਸੀਗੇ, ਅਸੀਂ ਗਿਣਤੀ ਘਟਾ ਕੇ 5 ਕੀਤੀ ਆ। ਸੋ ਉੱਥੇ ਤੇ ਬਹੁਤ ਵੱਡਾ ਬਜਟ ਬਚਣਾ ਗਾ। ਮੇਰਾ ਕਹਿਣ ਦਾ ਬਾਬਾ ਬਹੁਤ ਛੋਟੀਆਂ ਜਿਹੜੀਆਂ ਬੇਲੋੜੀਆਂ ਗੈਰ ਜ਼ਰੂਰੀ ਜਿਹੜੀਆਂ ਸਾਡੀ ਇਨਵੈਸਟਮੈਂਟ ਹੁੰਦੀ ਸੀ, ਸਾਡੇ ਪੈਸੇ ਲੱਗਦੇ ਸੀਗੇ, ਉਹ ਸਾਰੇ ਖਤਮ ਕਰ ਰਹੇ ਹਾਂ ਤਾਂ ਕਿ ਸਾਡਾ ਖਜ਼ਾਨਾ ਜਿਹੜਾ ਹੈਗਾ ਉਹ ਤੰਦਰੁਸਤ ਹੋਵੇ ਔਰ ਪੰਜਾਬ ਵੀ ਤੰਦਰੁਸਤ ਹੋਵੇ। ਚੀਮਾ ਸਾਹਿਬ, ਖਾਸ ਤੌਰ ਤੇ ਦਿੱਲੀ ਮਾਡਲ ਦੀ ਗੱਲਬਾਤ ਕਰਦੀ ਆਮ ਆਦਮੀ ਪਾਰਟੀ, ਪੰਜਾਬ ਦੇ ਵਿੱਚ ਵੀ ਸਿਹਤ ਤੇ ਸਿੱਖਿਆ ਨੂੰ ਪ੍ਰਫੁੱਲਤ ਕਰਨ ਦੇ ਲਈ ਕਾਫੀ ਉਪਰਾਲੇ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਕਰਿਆ, ਬਜਟ ਵੀ ਰੱਖਿਆ ਹੋਇਆ ਤੁਸੀਂ, ਮੁਹੱਲਾ ਕਲੀਨਿਕ ਖੋਲ੍ਹੇ ਗਏ। ਸਿੱਖਿਆ ਦੇ ਲਈ ਕੀ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਵਾਂ ਲੈ ਕੇ ਆ ਰਹੇ ਹੋ ਤੁਸੀਂ? ਬਿਲਕੁਲ ਪਹਿਲੀ ਵਾਰ ਹੋਇਆਗਾ ਕਿ ਕਾਫੀ ਲੰਬੇ ਅਰਸੇ ਬਾਅਦ ਲਗਭਗ 17% ਦਾ ਇੱਕ ਵੱਡਾ ਇਜ਼ਾਫਾ, ਵੱਡਾ ਵਾਧਾ ਜਿਹੜਾ ਉਹ ਸਾਡੀ ਸਰਕਾਰ ਨੇ ਸਿੱਖਿਆ ਦੇ ਵਿੱਚ ਕੀਤਾ ਗਾ। ਸਕੂਲ ਆਫ ਐਮੀਨੈਂਸ ਦੀ ਗੱਲ ਕਰਦੇ ਹਾਂ ਕਿ ਨਵੇਂ ਸਕੂਲ ਬਣਾਉਣ ਦੀ ਗੱਲ ਕੀਤੀ ਹੈਗੀ। ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈਗੀ। ਕਾਫੀ ਸਾਰੇ ਅਧਿਆਪਕਾਂ ਨੂੰ, ਨਵੇਂ ਜਿਹੜੇ ਅਧਿਆਪਕ ਭਰਤੀ ਹੋਏ ਨੇ ਉਹਨਾਂ ਨੂੰ ਅਸੀਂ ਨਿਯੁਕਤੀ ਪੱਤਰ ਵੀ ਦਿੱਤੇ ਨੇਗੇ ਔਰ ਬਹੁਤ ਸਾਰੀ ਭਰਤੀਆਂ ਪਾਈਪਲਾਈਨ ਦੇ ਵਿੱਚ ਨੇਗੀਆਂ। ਬੜੀ ਜਲਦੀ ਸਾਰੇ ਅਧਿਆਪਕ ਜਿਹੜੇ ਨੇ ਆਪਣੇ ਆਪਣੇ ਸਕੂਲਾਂ ਜਾ ਕੇ ਬੱਚਿਆਂ ਨੂੰ ਪੜ੍ਹਾਉਣਗੇ। ਔਰ ਖਾਸ ਕਰਕੇ ਇੱਕ ਨਵੀਂ ਅਸੀਂ ਸਕੀਮ ਜਿਹੜੀ ਸਾਡੀ ਦਿੱਲੀ 'ਚ ਵੀ ਚੱਲਦੀ ਹੈਗੀ ਕਿ ਅਸੀਂ ਸਾਡੇ ਅਧਿਆਪਕਾਂ ਨੂੰ, ਜਿਹੜੇ ਸਾਡੇ ਅਧਿਆਪਕ ਨੇ, ਸਾਡੇ ਟੀਚਰ ਨੇ, ਸਾਡੇ ਮਾਰਗਦਰਸ਼ਕ ਨੇ, ਉਹਨਾਂ ਨੂੰ ਅਸੀਂ ਟ੍ਰੇਨਿੰਗ ਲੈਣ ਦੇ ਲਈ ਬਾਹਰਲੇ ਦੇਸ਼ਾਂ ਵਿੱਚ ਭੇਜਣ ਦਾ ਪ੍ਰਬੰਧ ਕੀਤਾ ਗਿਆ। 50 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈਗੀ ਕਿ ਆਉਣ ਵਾਲੇ ਇਸੇ ਸਾਲ ਦੇ ਦੌਰਾਨ ਉਹਨਾਂ ਦੀ ਸਿਲੈਕਸ਼ਨ ਹੋ ਚੁੱਕੀ ਆ। ਦਿੱਲੀ ਗੇੜਾ ਲਾ ਚੁੱਕੇ ਨੇਗੇ। ਅਸੀਂ ਬਾਹਰਲੇ ਦੇਸ਼ਾਂ ਨੂੰ ਟਾਈ ਅਪ ਕੀਤਾ ਹੈਗਾ। ਬੜੀ ਜਲਦੀ ਜਿਹੜਾ ਹੈਗਾ ਉਹ ਟ੍ਰੇਨਿੰਗ ਲੈਣ ਦੇ ਲਈ ਬਾਹਰਲੇ ਦੇਸ਼ਾਂ ਵਿੱਚ ਜਾਣਗੇ। ਫਿਨਲੈਂਡ ਹੋਇਆ, ਕੈਨੇਡਾ ਹੋਇਆ, ਐਕਸਫੋਰਡ ਯੂਨੀਵਰਸਿਟੀ ਹੋਈ, ਵੱਡੀਆਂ ਯੂਨੀਵਰਸਿਟੀਆਂ 'ਚ ਜਾਣਗੇ। ਉੱਥੋਂ ਜਾ ਕੇ ਟ੍ਰੇਨਿੰਗ ਲੈ ਕੇ ਆਉਣਗੇ ਤਾਂ ਕਿ ਸਾਡੇ ਬੱਚਿਆਂ ਨੂੰ ਵੀ ਉਹ ਇੱਕ ਅੱਛੀ ਕੁਆਲਿਟੀ ਦੀ ਐਜੂਕੇਸ਼ਨ ਦੇ ਸਕਣ ਔਰ ਸਾਡੇ ਬੱਚੇ ਵੀ ਜਿਹੜੇ ਹੈਗੇ ਨੇਗੇ ਇੰਟਰਨੈਸ਼ਨਲ ਲੈਵਲ ਦੀ ਜਿਹੜੀ ਆ ਐਜੂਕੇਸ਼ਨ ਹਾਸਲ ਕਰਕੇ ਸੰਸਾਰ 'ਚ ਆਪਣਾ ਰੋਲ, ਜਿਹੜਾ ਉਹਨਾਂ ਦਾ ਰੋਲ ਜਿਵੇਂ ਵੀ ਡਿਫਾਈਨ ਕਰਨਗੇ ਆਪਣੇ ਆਪ ਨੂੰ, ਉਹ ਨਿਭਾ ਸਕਣ। ਇਸੇ ਤਰ੍ਹਾਂ ਇੱਕ ਨਵਾਂ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ, ਉਹਦੇ ਲਈ ਵੀ ਬਜਟ ਰੱਖਿਆ ਗਿਆ ਕਿ ਜਿਹੜੇ ਸਾਡੇ ਮੈਟ੍ਰਿਕ ਤੋਂ ਬਾਅਦ, ਮੈਟ੍ਰਿਕ ਕਰਨ ਤੋਂ ਬਾਅਦ +1 ਤੇ 2 ਦੇ ਬੱਚੇ ਨੇਗੇ, +1 ਤੇ 2 ਦੇ ਬੱਚੇ ਨੇ, ਉਹਨਾਂ ਨੂੰ ਅਸੀਂ ਥੋੜੀ ਰਾਸ਼ੀ ਦੇਵਾਂਗੇ, ਪੈਸੇ ਦੇਵਾਂਗੇ ਤਾਂ ਕਿ ਉਹ ਸੁਸਾਇਟੀ ਜਾ ਕੇ, ਲੋਕਾਂ ਜਾ ਕੇ ਬਿਜ਼ਨਸ ਕਰਕੇ ਆਉਣ ਔਰ ਉਹ ਆਪਣਾ ਇਸ ਗੱਲ 'ਚ ਆਪਣੇ ਆਪ ਨੂੰ ਪਰਖ ਕੇ ਦੇਖਣ ਕਿ ਅਸੀਂ ਬਿਜ਼ਨਸ ਕਰਨ ਦੇ ਯੋਗ ਹੈਗੇ ਆ ਜਾਂ ਨਹੀਂ, ਕਿ ਕਿਹੜੇ ਸਟਰੀਮ ਜਾਣਾ ਚਾਹੁੰਦੇ ਨੇਗੇ। ਸੋ ਅਸੀਂ ਉਹਦੇ ਲਈ ਪ੍ਰਬੰਧ ਕੀਤਾ ਗਿਆ ਤਾਂ ਕਿ ਅਸੀਂ ਹੁਣ ਤੋਂ ਹੀ ਬੱਚਿਆਂ ਨੂੰ ਬਿਜ਼ਨਸ ਵੱਲ ਪ੍ਰੇਰਿਤ ਕਰੀਏ। ਇਹ ਦਿੱਲੀ ਸਾਡਾ ਮਾਡਲ ਜਿਹੜਾ ਬੜਾ ਸਕਸੈਸਫੁਲ ਚੱਲ ਰਿਹਾ, ਔਰ ਪੰਜਾਬ ਵਿੱਚ ਵੀ ਮਤਲਬ ਮੈਂ ਸਮਝਦਾ ਬੜਾ ਇਹ ਸਕਸੈਸਫੁਲ ਹੋਊਗਾ। ਸੋ ਇਹ ਨਵੇਂ ਜਿਹੜੇ ਹੈਗੇ ਨੇ ਜਿੱਥੇ ਸਕੂਲ ਬਣਨਗੇ, ਜਿਹੜੀਆਂ ਸਕੂਲ ਦੀਆਂ ਬਿਲਡਿੰਗਾਂ ਖਰਾਬ ਨੇ, ਜਿਹੜੇ ਸਕੂਲਾਂ ਦੇ ਕਮਰੇ ਖਰਾਬ ਨੇ, ਉਹ ਠੀਕ ਕਰਾਂਗੇ। ਲਾਇਬ੍ਰੇਰੀਆਂ ਨਵੀਆਂ ਬਣਨਗੀਆਂ ਔਰ ਨਵੀਆਂ ਲੈਬੋਰਟਰੀਜ਼ ਬਣਨਗੀਆਂ ਤਾਂ ਕਿ ਸਾਡੇ ਬੱਚੇ ਜਿਹੜੇ ਨੇਗੇ ਇੱਕ ਅੱਛੀ ਕੁਆਲਿਟੀ ਦੀ ਐਜੂਕੇਸ਼ਨ ਜਿਹੜੀ ਆ ਪ੍ਰਾਪਤ ਕਰਨ। ਕਿਉਂਕਿ ਪਿਛਲੇ ਲੰਬੇ ਅਰਸੇ ਤੋਂ ਅਧਿਆਪਕਾਂ ਦੀਆਂ ਡਿਊਟੀਆਂ ਇੱਧਰ ਉੱਧਰ ਲਾਉਂਦੇ ਸੀਗੇ ਔਰ ਬੱਚਿਆਂ ਦੇ ਪੜ੍ਹਨ ਲਈ ਮਾਹੌਲ ਨਹੀਂ ਸੀਗਾ ਔਰ ਸਕੂਲਾਂ ਦੀਆਂ ਬਿਲਡਿੰਗਾਂ ਜਿਹੜੀਆਂ ਤੀਆਂ ਢਹਿ ਢੇਰੀ ਹੋਈਆਂ ਪਈਆਂ ਸੀਗੀਆਂ, ਉਹਨਾਂ ਦੀਆਂ ਜਿਹੜੀਆਂ ਚਾਰ ਦੀਵਾਰੀਆਂ ਸੀ ਉਹ ਢਹਿ ਢੇਰੀ ਹੋਈਆਂ ਪਈਆਂ ਸੀਗੀਆਂ, ਅੱਛੀਆਂ ਲੈਬ ਹੈ ਨਹੀਂ ਸੀਗੀਆਂ ਔਰ ਜਾਲੀ ਫਰਜੀ ਰਿਜ਼ਲਟ ਤਿਆਰ ਕੀਤੇ ਜਾਂਦੇ ਸੀ ਕਿ 100% ਰਿਜ਼ਲਟ ਆਏਗਾ। ਪਰ ਲੇਕਿਨ ਅਸੀਂ ਕਹਿੰਦੇ ਆ ਕਿ ਸਾਡੇ ਬੱਚੇ ਜਿਹੜੇ ਨੇਗੇ, ਸਾਡੇ ਜਿਹੜਾ ਭਵਿੱਖ ਨੇਗੇ, ਉਹ ਅੱਛੀ ਐਜੂਕੇਸ਼ਨ ਹਾਸਲ ਕਰਨ ਤਾਂ ਕਿ ਸਾਡਾ ਪੰਜਾਬ ਜਿਹੜਾ ਹੈਗਾ ਭਾਰਤ ਦਾ ਨੰਬਰ 1 ਸੂਬਾ ਬਣ ਸਕੇ। ਬਿਜ਼ਨਸ ਦੀ ਗੱਲ ਕੀਤੀ ਚੀਮਾ ਸਾਹਿਬ ਤੁਸੀਂ ਕਿ ਬਿਜ਼ਨਸ ਦੇ ਤੌਰ ਤੇ ਪ੍ਰਫੁੱਲਤ ਕੀਤਾ ਜਾਊਗਾ ਨੌਜਵਾਨਾਂ ਨੂੰ, ਯੰਗਸਟਰ ਨੂੰ, ਜਾਂ 10ਵੀਂ ਤੋਂ ਬਾਅਦ ਜੋ ਵੀ ਹੈ, ਉਹਦੇ ਲਈ ਕੋਈ ਪੰਜਾਬ ਸਰਕਾਰ ਉਹਨਾਂ ਯੰਗਸਟਰ ਦਾ, ਉਹਨਾਂ ਦਾ ਵਿਦਿਆਰਥੀਆਂ ਦਾ ਕੋਈ ਖਾਸ ਤੌਰ ਤੇ ਸਹਿਯੋਗ ਪਾਊਗੀ? ਸ਼ੁਰੂਆਤੀ ਦੌਰ ਦੇ ਵਿੱਚ ਵੀ ਤੁਸੀਂ ਇਹ ਬਿਜ਼ਨਸ ਕਰੋ, ਆਈਡੀਆਜ਼ ਉਹਨਾਂ ਦੇ ਨੇ, ਤੁਸੀਂ ਫਾਈਨੈਂਸ਼ੀਅਲੀ ਤੌਰ ਤੇ ਕੁਝ ਉਹਨਾਂ ਦੀ ਸਪੋਰਟ ਕਰੋਗੇ ਬੱਚਿਆਂ ਦੀ? ਮੈਂ ਉਹੀ ਤੁਹਾਨੂੰ ਗੱਲ ਕਿਹਾ ਹੀ ਹੈ ਨਾ ਕਿ ਅਸੀਂ ਉਹਨਾਂ ਨੂੰ ਪਹਿਲਾਂ ਪੈਸੇ ਦੇਵਾਂਗੇ ਜਦੋਂ ਸਕੂਲ ਦੇ ਵਿੱਚ ਨੇਗੇ, ਜਦੋਂ ਸਕੂਲ 'ਚ ਨੇਗੇ ਉਹਨਾਂ ਬੱਚਿਆਂ ਨੂੰ ਅਸੀਂ ਪੈਸੇ ਦੇਵਾਂਗੇ, ਜਾ ਕੇ ਮਾਰਕੀਟ 'ਚ ਆਓ, ਕੋਈ ਬਿਜ਼ਨਸ ਕਰਕੇ ਆਓ, ਛੋਟਾ ਬਿਜ਼ਨਸ ਕਰੋ, ਕੋਈ ਵੀ ਬਿਜ਼ਨਸ ਕਰੋ ਤਾਂ ਕਿ ਉਹਨਾਂ 'ਚ ਫਿਰ ਆਪਣੀਆਂ ਕੰਪਨੀਆਂ ਬਣਾਉਣਗੇ। ਅਸੀਂ ਦਿੱਲੀ 'ਚ ਸਾਡਾ ਹੋਇਆਗਾ, ਪਹਿਲਾਂ ਉਹ 4 ਬੱਚੇ ਭੇਜੇ ਗਏ, 2-2 ਹਜ਼ਾਰ ਰੁਪਏ ਦਿੱਤਾ ਗਿਆ, ਉਹ ਮਾਰਕੀਟ 'ਚ ਗਏ, ਮਾਰਕੀਟ ਜਾ ਕੇ ਉਹਨਾਂ ਨੇ ਆਪਣੇ ਆਪ ਦਾ ਐਕਸਪੈਰੀਮੈਂਟ ਕੀਤਾ, ਕਿਸੇ ਨੇ ਕੁਝ ਵੇਚ ਕੇ ਆਇਆ, ਕਿਸੇ ਨੇ ਕੋਈ ਚੀਜ਼ ਖਰੀਦੀ, ਕੋਈ ਵੇਚੀ, ਜਾ ਕੇ ਉਸ ਤੋਂ ਬਾਅਦ ਉਹਨਾਂ ਨੇ ਕੰਪਨੀਆਂ ਜਿਹੜੀਆਂ ਬਣਾਈਆਂ, ਕੰਪਨੀਆਂ ਰਜਿਸਟਰਡ ਹੋਈਆਂ। ਅੱਜ ਬਹੁਤ ਸਾਰੀਆਂ ਕੰਪਨੀਆਂ, ਉਹੀ ਬੱਚੇ ਜਦੋਂ ਅੱਗੇ BSc ਕਰ ਗਏ ਜਾਂ BCom ਕਰ ਗਏ ਜਾਂ ਗ੍ਰੈਜੂਏਸ਼ਨ ਕਰ ਗਏ, ਉਸ ਪੋਸਟ ਗ੍ਰੈਜੂਏਸ਼ਨ ਕਰਕੇ ਉਹ ਵੱਧਦੇ ਅੱਜ ਉਹ ਕਾਰੋਬਾਰੀ ਹੋ ਗਏ। ਅੱਜ ਉਹ 5 ਸਾਲਾਂ 'ਚ ਉਹਨਾਂ ਨੇ ਆਪਣੇ ਚਾਹੇ ਛੋਟਾ ਕਾਰੋਬਾਰ ਸ਼ੁਰੂ ਕੀਤਾ, ਆਪਣੇ ਕਾਰੋਬਾਰ ਸ਼ੁਰੂ ਕਰਦੇ। ਸੋ ਸਾਡਾ ਦੇਖੋ 100% ਨੌਕਰੀਆਂ ਜਿਹੜੀਆਂ ਨੇਗੀਆਂ ਉਹ ਸਰਕਾਰੀ ਨੌਕਰੀਆਂ 100% ਨਹੀਂ ਦਿੱਤੀਆਂ ਜਾ ਸਕਦੀਆਂ ਕਿਉਂਕਿ ਪਾਪੂਲੇਸ਼ਨ ਬਹੁਤ ਵੱਧ ਚੁੱਕੀ ਆ। ਸੋ ਸਾਨੂੰ ਬੱਚਿਆਂ ਨੂੰ ਇੰਡਸਟਰੀ ਵੱਲ ਲੈ ਕੇ ਜਾਣਾ ਪਊਗਾ, ਰੋਜ਼ਗਾਰ ਵੱਲ ਤਾਂ ਹੀ ਵਧਣਗੇ ਜੇਕਰ ਅੱਛੀ ਇੰਡਸਟਰੀ ਆਊਗੀ ਔਰ ਬੱਚੇ ਜਿਹੜੇ ਹੈਗੇ ਨੇ ਬਿਜ਼ਨਸ ਵੱਲ ਬਦਲਣਗੇ। ਚੀਮਾ ਸਾਹਿਬ, ਅਸੀਂ ਲੀਡਰਸ਼ਿਪ ਦੀ ਗੱਲ ਕਰ ਰਹੇ ਹਾਂ। ਇਸ ਸਾਲ ਅਕਤੂਬਰ ਮਹੀਨੇ ਦੇ ਵਿੱਚ ਇੰਡਸਟਰੀਅਲ ਪਾਲਿਸੀ ਦੀ ਮਿਆਦ ਖਤਮ ਹੋਣ ਜਾ ਰਹੀ ਹੈ, ਜਿਹੜੀ ਕਿ ਪਿਛਲੀ ਸਰਕਾਰ ਦੇ ਵੱਲੋਂ ਬਣਾਈ ਗਈ ਸੀਗੀ। ਤੁਹਾਡੀ ਸਰਕਾਰ ਨਵੀਂ ਇੰਡਸਟਰੀਅਲ ਪਾਲਿਸੀ ਕਦੋਂ ਜਿਹੜੀ ਇੰਟਰੋਡਿਊਸ ਕਰੂਗੀ, ਕਦੋਂ ਲੈ ਕੇ ਆਏਗੀ? ਤੇ ਮੈਂ ਇਹਦੇ ਵਿੱਚ ਖਾਸ ਤੌਰ ਤੇ ਗੱਲ ਪੁੱਛਣੀ ਚਾਹੁੰਦਾ,
ਉਸ ਪਾਲਿਸੀ ਦੇ ਵਿੱਚ ਨਵੇਂ ਮੁੰਡਿਆਂ ਦੇ ਲਈ ਜਿਹੜੀ ਛੋਟੇ ਕਾਰੋਬਾਰ ਉਹ ਛੋਟੇ ਵਪਾਰ ਕਰ ਸਕਣ, ਸਰਕਾਰ ਵੱਲੋਂ ਸਹਿਯੋਗ ਦੇ ਤੌਰ ਤੇ ਕੋਈ ਨਵੀਂ ਚੀਜ਼ ਉਹਦੇ ਵਿੱਚ ਪਾਈ ਜਾਊਗੀ, ਔਰ ਜਿਹੜੀ ਪਾਲਿਸੀ ਹੋਏਗੀ ਉਹਦੇ ਬਾਰੇ ਜ਼ਰੂਰ ਥੋੜਾ ਤਫਸੀਲ ਨਾਲ ਦੱਸਿਓ ਕਿ ਕਿਹੋ ਜਿਹਾ ਕੁਝ ਵਪਾਰੀਆਂ ਕਾਰੋਬਾਰੀਆਂ ਦੇ ਲਈ ਲੈ ਕੇ ਆ ਰਹੇ ਹੋ। ਬਿਲਕੁਲ ਸਰਕਾਰ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਇੰਡਸਟਰੀ ਦੇਖ ਰਹੇ ਨੇ, ਪੰਜਾਬ ਦੇ ਮੁੱਖ ਮੰਤਰੀ ਇੰਡਸਟਰੀ ਡਿਪਾਰਟਮੈਂਟ ਮਾਨ ਸਾਹਿਬ ਕੋਲੇ ਆ। ਬਿਲਕੁਲ ਇੱਕ ਨਵੀਂ ਪਾਲਿਸੀ ਜਿਹੜੀ ਆ ਪੰਜਾਬ 'ਚ ਤਿਆਰ ਹੋ ਰਹੀ ਆ। ਪੰਜਾਬ ਵਿੱਚ ਇੰਡਸਟਰੀ ਨੂੰ ਕਿਵੇਂ ਪ੍ਰਫੁੱਲਿਤ ਕਰਨਾਗਾ। ਇੰਡਸਟਰੀ ਜਿਹੜੀ ਲੰਬੇ ਅਰਸੇ ਤੋਂ ਪੰਜਾਬ ਵਿੱਚ ਇੰਡਸਟਰੀ ਪੰਜਾਬ 'ਚ ਆਉਣਾ ਨਹੀਂ ਚਾਹੁੰਦਾ ਸੀਗਾ। ਬੜਾ ਮਾਹੌਲ ਇਸ ਤਰ੍ਹਾਂ ਦਾ ਪੁਰਾਣੀਆਂ ਸਰਕਾਰਾਂ ਨੇ ਸਿਰਜ ਲਿਆ ਸੀਗਾ। ਪੰਜਾਬ ਬਾਰੇ ਕਹਾਵਤ ਸੀਗੀ, ਵੱਡੇ ਵੱਡੇ ਇੰਡਸਟਰੀ ਸੋਚਦੇ ਸੀਗੇ ਕਿ ਪੰਜਾਬ ਜਾਵਾਂਗੇ ਤਾਂ ਇੰਡਸਟਰੀ ਜਿਹੜੇ ਪੋਲੀਟੀਸ਼ੀਅਨ ਨੇਗੇ ਉਹ ਆਪਣਾ ਹਿੱਸਾ ਪਾਉਂਦੇ ਨੇਗੇ, ਆਪਣਾ ਜਿਹੜਾ ਹੈਗਾ 2 ਨੰਬਰ ਦੇ ਕੰਮ ਕਰਵਾਉਂਦੇ ਨੇ। ਇਹ ਸਾਰਾ ਮਾਹੌਲ ਜਿਹੜਾ ਉਹ ਠੀਕ ਕੀਤਾ ਜਾ ਰਿਹਾ ਹੈਗਾ। ਬਿਲਕੁਲ ਸਰਕਾਰ ਜਿਹੜੀ ਆ ਸਹੀ ਦਿਸ਼ਾ ਵੱਲ ਚੱਲ ਰਹੀ ਆ। ਨਵੀਂ ਇੰਡਸਟਰੀਅਲ ਪਾਲਿਸੀ ਆ ਰਹੀ ਹੈ ਕਿ ਉਸ ਪਾਲਿਸੀ ਦੇ ਵਿੱਚ ਨਵੇਂ ਯੰਗਸਟਰ ਦਾ, ਨਵੇਂ ਸਟਾਰਟਅਪਸ ਦਾ ਜਿਹੜਾ ਹੈਗਾ, ਸਾਡੇ ਨੌਜਵਾਨ ਨਵੇਂ ਮੁੰਡੇ ਕੁੜੀਆਂ ਜਿਹੜੇ ਸਟਾਰਟਅਪ ਕਰਨਾ ਚਾਹੁੰਦੇ ਨੇਗੇ, ਨਵੀਂ ਆਉਣਾ ਚਾਹੁੰਦੇ ਨੇ, ਉਹਨਾਂ ਲਈ ਵੀ ਰੱਖਾਂਗੇ। ਜਿਹੜੀ ਪੁਰਾਣੀ ਇੰਡਸਟਰੀ ਆ ਉਹਨੂੰ ਵੀ ਕਿਵੇਂ ਅੱਗੇ ਲੈ ਕੇ ਜਾਣਾਗਾ, ਇੰਡਸਟਰੀ ਨੂੰ ਇਨਸੈਂਟਿਵ ਕਿਵੇਂ ਦੇਣਾਗਾ, ਇਹ ਸਾਰੇ ਪ੍ਰਬੰਧ ਕੀਤੇ ਜਾ ਰਹੇ ਨੇਗੇ। ਔਰ ਸਿੰਗਲ ਵਿੰਡੋ ਸਿਸਟਮ ਸ਼ੁਰੂ ਕਿਵੇਂ ਕਰਨਾਗਾ, ਘੱਟ ਤੋਂ ਘੱਟ ਮੁਸ਼ਕਲਾਂ ਦਾ ਸਾਹਮਣਾ ਕਰਕੇ ਜਿਹੜਾ ਇੰਡਸਟਰੀਅਲਿਸਟ ਆਵੇ ਉਹ ਨਵੀਂ ਇੰਡਸਟਰੀ ਲਾਵੇ। ਨਹੀਂ ਤਾਂ ਬਹੁਤ ਸਾਰੀਆਂ ਟੈਕਨੀਕਲਟੀਜ਼ ਜਿਹੜੀਆਂ ਨੇਗੀਆਂ ਤਿਆਰ ਕੀਤਾ ਜਾ ਰਿਹਾ ਕਰਨੀਆਂ ਪੈਂਦੀਆਂ ਸੀ। ਜਿਹੜੀ ਨਵੀਂ ਇੰਡਸਟਰੀ ਆਵੇ, ਮਤਲਬ ਇੱਕ ਉਹ ਹਰ ਚੀਜ਼ ਦੇਖਦਾ, ਉਹ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਵੀ ਦੇਖਦਾ, ਉਹ ਇਕਨੋਮੀ ਵੀ ਦੇਖਦਾ, GST ਦੀ ਕਲੈਕਸ਼ਨ ਵੀ ਦੇਖਦਾ, GDP ਵੀ ਦੇਖਦਾ। ਇਹੋ ਜਿਹਾ ਤੁਹਾਡੀ ਸਰਕਾਰ ਦੇ ਵੱਲੋਂ ਕੀ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਰੱਖਿਆ ਜਾਊਗਾ ਇੱਕ ਬਿਊਰਾ ਕਿ ਅਸੀਂ ਆਹ ਗਰਾਊਂਡ ਤੁਹਾਡੇ ਲਈ ਤਿਆਰ ਕਰਕੇ ਰੱਖਿਆ? ਬਿਲਕੁਲ, ਜਦੋਂ ਇੰਡਸਟਰੀ ਦੀ ਪਾਲਿਸੀ ਆਊਗੀ ਸਾਰਾ ਕੁਝ ਧਿਆਨ 'ਚ ਰੱਖਾਂਗੇ ਕਿ GST ਦਾ ਜਿਹੜਾ ਹੈਗਾ ਕਲੈਕਸ਼ਨ ਸੁਖਾਲੀ ਕਿਵੇਂ ਹੋਵੇ ਔਰ GST ਦੀ ਚੋਰੀ ਬੰਦ ਕਿਵੇਂ ਹੋਵੇ। ਜਿਹੜਾ ਜੈਨੂਇਨ ਇੰਡਸਟਰੀਅਲਿਸਟ ਆ ਉਹ ਪੰਜਾਬ 'ਚ ਇੰਡਸਟਰੀ ਕਿਵੇਂ, ਸਾਰਾ ਕੁਝ ਪ੍ਰਬੰਧ ਕਰਾਂਗੇ। ਜਦੋਂ ਇੰਡਸਟਰੀ ਪਾਲਿਸੀ ਆਊਗੀ ਫਿਰ ਲੋਕਾਂ ਦੇ ਸਾਹਮਣੇ ਰੱਖਾਂਗੇ। ਹਜੇ ਉਹ ਇੰਡਸਟਰੀ ਦੀ ਪਾਲਿਸੀ ਜਿਹੜੀ ਆ ਉਹ ਤਿਆਰ ਹੋ ਰਹੀ ਹੈਗੀ। ਪਹਿਲੀ ਵਾਰ ਹੋਇਆਗਾ ਕਿ ਅਸੀਂ ਸਾਡੀ ਕਲੈਕਸ਼ਨ ਸੀ ਜਿਹੜੀ GST ਦੀ, ਅਸੀਂ ਟਾਰਗੇਟ ਫਿਕਸ ਕੀਤਾ ਸੀਗਾ, ਸਾਲਾਨਾ ਟਾਰਗੇਟ ਫਿਕਸ ਕੀਤਾ ਸੀਗਾ ਕਿ ਉਹਦੇ ਵਿੱਚ 50% ਦਾ ਵਾਧਾ ਜਿਹੜਾ ਹੈਗਾ ਸੀਗਾ, 27% ਦਾ 27% ਦਾ ਵਾਧਾ ਅਸੀਂ ਦਰਜ ਕੀਤਾ ਸੀ ਕਿ 27% ਵਾਧਾ ਕਰਾਂਗੇ, ਟਾਰਗੇਟ ਫਿਕਸ ਕੀਤਾ ਸੀਗਾ। ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ 24% ਦਾ ਵਾਧਾ ਜਿਹੜਾ ਹੈਗਾ ਉਹ ਆਲਰੇਡੀ ਹੋ ਚੁੱਕਿਆ। ਹਜੇ ਸੀਜ਼ਨ ਨਹੀਂ ਆਇਆ, ਹਜੇ ਤਾਂ ਫੈਸਟੀਵਲ ਸੀਜ਼ਨ ਆਊਗਾ, ਉਦੋਂ ਬਹੁਤ ਸਾਰਾ GST ਦੀ ਕਲੈਕਸ਼ਨ ਵਧਣੀ ਹੈ। ਇਹ ਬਹੁਤ ਇੱਕ ਵੱਡਾ ਵਾਧਾ ਪਹਿਲੀ ਵਾਰ ਹੋਇਆਗਾ। ਪਿਛਲੇ 25 ਸਾਲਾਂ 'ਚ ਵਾਧਾ ਨਹੀਂ ਹੋਇਆ ਸੀਗਾ। ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਐਕਸਾਈਜ਼ ਦੀ, ਐਕਸਾਈਜ਼ 'ਚ ਅਸੀਂ 56% ਦਾ ਵਾਧਾ ਰੱਖਿਆ ਸੀਗਾ ਕਿ ਅਸੀਂ ਇਸ ਨਵੀਂ ਐਕਸਾਈਜ਼ ਦੀ ਪਾਲਿਸੀ ਦੇ ਕਾਰਨ 56% ਦਾ ਵਾਧਾ ਹੋਊਗਾ। ਉਹ ਵੀ ਲਗਭਗ 44% ਜਿਹੜਾ ਕ੍ਰਾਸ ਕਰ ਚੁੱਕਿਆ। ਹਜੇ ਸਮਾਂ ਪਿਆਗਾ, ਹਜੇ ਲਗਭਗ 8 ਮਹੀਨੇ 9 ਮਹੀਨੇ ਇਸ ਪਾਲਿਸੀ ਨੇ ਕੰਮ ਕਰਨਾਗਾ। ਸੋ ਬਿਲਕੁਲ ਅਸੀਂ ਆਪਣੇ ਟਾਰਗੇਟ ਜਿਹੜੇ ਮਿੱਥੇ ਨੇ ਉਹ ਅਚੀਵ ਕਰ ਰਹੇ ਹਾਂਗੇ। ਤੁਸੀਂ ਦੇਖੋ ਕਿ ਪਿਛਲੇ 20 ਸਾਲ ਤੋਂ ਇੱਕੋ ਹੀ ਐਕਸਾਈਜ਼ ਪਾਲਿਸੀ ਕੰਮ ਕਰਦੀ ਸੀਗੀ। ਉਹ ਕਦੇ 5400 ਤੇ ਦਮ ਤੋੜ ਜਾਂਦੀ ਸੀ, ਕਦੇ 4500 ਤੇ। ਇੱਕ ਵਾਰ ਪਿੱਛੇ 2017 ਤੋਂ ਪਹਿਲਾਂ ਉਹ ਸਿਰਫ ਤੇ ਸਿਰਫ 4000 ਤੇ ਹੀ ਖੜ ਗਈ ਸੀ। 4000 ਤੋਂ ਬਾਅਦ ਜਿਹੜਾ ਹੈਗਾ ਪੰਜਾਬ ਸਰਕਾਰ ਨੂੰ ਰੈਵਨਿਊ ਨਹੀਂ ਆਇਆ। ਔਰ ਉਸ ਤੋਂ ਬਾਅਦ ਲਾਸਟ ਈਅਰ ਜਿਹੜਾ ਹੈਗਾ ਸੀਗਾ ਪਿਛਲੀ ਸਰਕਾਰ 'ਚ 6200 ਰੈਵਨਿਊ ਆਇਆ। ਅਸੀਂ ਨਵੀਂ ਸਰਕਾਰ ਨੇ 9600 ਕਰੋੜ ਰੁਪਏ ਦਾ ਟਾਰਗੇਟ ਫਿਕਸ ਕੀਤਾ ਕਿ 9600 ਕਰੋੜ ਰੁਪਏ ਦਾ ਟਾਰਗੇਟ ਫਿਕਸ ਕੀਤਾਗਾ। ਅਸੀਂ ਉਸ ਟਾਰਗੇਟ ਨੂੰ ਅਚੀਵ ਕਰ ਰਹੇ ਹਾਂਗੇ। ਸੋ ਮੇਰਾ ਕਹਿਣ ਦਾ ਭਾਵ ਆਊਟ ਆਫ ਬਾਕਸ ਜਿਹੜੇ ਨਵੇਂ ਆਈਡੀਆ ਨੇ ਸਾਡੇ ਨਵੇਂ ਨੌਜਵਾਨ ਮੁੰਡੇ ਕੁੜੀਆਂ ਸਾਨੂੰ ਦਿੰਦੇ ਨੇ ਕਿ ਸਾਡੀ ਸਰਕਾਰ ਨੂੰ ਭੇਜਦੇ ਨੇਗੇ, ਅਸੀਂ ਉਹਨਾਂ ਤੇ ਕੰਮ ਕਰ ਰਹੇ ਹਾਂਗੇ। ਰੈਵਨਿਊ ਜਿਹੜੀ ਆ, ਰੈਵਨਿਊ ਦੇ ਵਿੱਚ ਸਾਡੀ ਕਲੈਕਸ਼ਨ ਵੱਧ ਰਹੀ ਆ। ਰੈਵਨਿਊ ਜਿਹੜੀ ਰਸੀਟਸ ਨੇ ਸਾਡੀਆਂ, ਪੈਸਾ ਜਿਹੜਾ ਹੈਗਾ ਉਹ ਆ ਰਿਹਾ ਹੈਗਾ। ਜਦੋਂ ਪੈਸਾ ਆ ਰਿਹਾ ਤਾਂ ਜਿੰਨੀਆਂ ਅਸੀਂ ਗਰੰਟੀਆਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਦਿੱਤੀਆਂ ਨੇ, ਕਿਉਂ ਉਹ ਜਿਹੜੀਆਂ ਅਸੀਂ ਗਰੰਟੀਆਂ ਨੇ ਉਹ ਵੀ ਪੂਰੀਆਂ ਕਰ ਰਹੇ ਹਾਂਗੇ। ਚੀਮਾ ਸਾਹਿਬ, ਭਾਵੇਂ ਤੁਸੀਂ ਕਹਿ ਰਹੇ ਹੋ ਕਿ ਕਲੈਕਸ਼ਨ ਦੇ ਵਿੱਚ ਵਾਧਾ ਹੋਇਆ, ਪਰ GDP ਦੇ ਮੁਤਾਬਕ ਹਰਿਆਣੇ ਤੋਂ ਅਸੀਂ ਅੱਗੇ ਆ, ਪਰ GST ਕਲੈਕਸ਼ਨ ਦੇ ਵਿੱਚ ਅਸੀਂ ਬਹੁਤ ਪਿੱਛੇ ਆ। 4000 ਕਰੋੜ ਦੀ ਲੀਕੇਜ ਦਾ ਮਾਮਲਾ ਸਾਹਮਣੇ ਆਉਂਦਾ ਹੈ। ਉਹ ਲੀਕੇਜ ਨੂੰ ਖਤਮ ਕਰਨ ਲਈ ਕੋਈ ਕੰਮ ਕੀਤਾ ਜਾ ਰਿਹਾ? ਬਹੁਤ ਘੱਟ ਹੈ ਸਾਡੀ ਕਲੈਕਸ਼ਨ। ਬਿਲਕੁਲ, ਜਿਹੜੀ ਲੀਕੇਜ ਬੜੇ ਲੰਬੇ ਅਰਸੇ ਤੋਂ GST ਦੀ ਕਲੈਕਸ਼ਨ 'ਚ ਜਾਂ ਐਕਸਾਈਜ਼ 'ਚ ਜਾਂ ਜਿੰਨੇ ਵੀ ਹੋਰ ਰੈਵਨਿਊ ਦੇ ਸਾਧਨ ਨੇ ਹੋ ਰਹੀ ਸੀਗੀ, ਉਹਨੂੰ ਪਲੱਗ ਕੀਤਾ ਜਾ ਰਿਹਾ, ਉਹਨੂੰ ਬੰਦ ਕੀਤਾ ਜਾ ਰਿਹਾ ਹੈਗਾ। ਔਰ ਜਿੱਥੇ ਵੀ ਲੀਕੇਜ ਹੋ ਰਹੀ ਹੈ, ਜੋ ਵੀ ਧਿਆਨ 'ਚ ਆਉਂਦੀ ਹੈ, ਬਿਲਕੁਲ ਬੰਦ ਹੋ ਰਹੀ ਹੈ। ਔਰ ਅਸੀਂ ਸਪੈਸ਼ਲ ਟੀਮਾਂ GST ਦੀ ਕਲੈਕਸ਼ਨ ਦੇ ਵਿੱਚ, ਸਪੈਸ਼ਲ ਟੀਮਾਂ ਐਕਸਾਈਜ਼ ਦੇ ਵਿੱਚ, ਨਵੇਂ ਅਸੀਂ ਜਿਹੜੇ ਸਾਡੇ ਨਵੇਂ ਯੰਗਸਟਰ ਜਿਹੜੇ ਡਿਪਾਰਟਮੈਂਟ ਜੁਆਇਨ ਕਰ ਰਹੇ ਨੇਗੇ ਔਰ ਪੁਰਾਣੇ ਜਿਹੜੇ ਤਜਰਬੇਕਾਰ ਨੇ ਉਹਨਾਂ ਦੇ ਟੀਮਾਂ ਬਣਾ ਰਹੇ ਹਾਂਗੇ। ਅਸੀਂ ਨਵਾਂ ਟੈਕਸ ਇੰਟੈਲੀਜੈਂਟ ਯੂਨਿਟ ਦੀ ਵੀ ਸਥਾਪਨਾ ਕੀਤੀ ਆ। ਬੜੀ ਜਲਦੀ ਜਿਹੜਾ ਉਹ ਵਰਕਿੰਗ ਕੰਡੀਸ਼ਨ 'ਚ ਆ ਜਾਊਗਾ। ਅਸੀਂ ਬਿਲਕੁਲ ਲੀਕੇਜ ਜਿਹੜੀ ਆ ਉਹ ਬੰਦ ਕਰਾਂਗੇ, ਲੀਕੇਜ ਨਹੀਂ ਹੋਊਗੀ। ਪੰਜਾਬ ਵਿੱਚ ਜਿੱਥੇ ਵੀ ਰੈਵਨਿਊ ਜਿਹੜਾ ਮੈਂ ਸਮਝਦਾ ਕਿ ਇਮਾਨਦਾਰੀ ਦੇ ਥੱਲੋਂ ਪੇ ਹੁੰਦਾਗਾ, ਇਮਾਨਦਾਰੀ ਨਾਲ ਲੋਕ ਟੈਕਸ ਪੇ ਕਰਦੇ ਨੇਗੇ, ਉਹ ਸਿੱਧਾ ਖਜ਼ਾਨੇ ਤੱਕ ਕਿਵੇਂ ਆਉਣਾਗਾ, ਇਹ ਸਾਡੀ
ਡਿਊਟੀ ਆ, ਸਰਕਾਰ ਦੀ ਡਿਊਟੀ ਆ, ਅਸੀਂ ਡਿਊਟੀ ਨਿਭਾਵਾਂਗੇ ਔਰ ਕਿਤੇ ਵੀ ਰਾਸਤੇ ਵਿੱਚ ਲੀਕੇਜ ਨਹੀਂ ਹੋਣ ਦੇਵਾਂਗੇ। ਜਦੋਂ ਸਾਰਾ ਪੈਸਾ ਖਜ਼ਾਨੇ 'ਚ ਆਊਗਾ ਤਾਂ ਮੈਂ ਸਮਝਦਾ ਸਾਡਾ ਸਾਰਾ ਪ੍ਰਬੰਧ ਠੀਕ ਹੋਊਗਾ। ਪੁਰਾਣੇ ਸਮੇਂ 'ਚ ਕੀ ਹੁੰਦਾ ਸੀਗਾ, ਉਹ ਲੀਕੇਜ ਕਿੱਦਾਂ ਹੁੰਦੀ ਸੀਗੀ? ਲੀਕੇਜ ਜਿਹੜੀ ਸੀ ਉਹ ਸ਼ਰਾਬ ਮਾਫੀਏ ਦੇ ਰਾਹੀਂ, ਲੀਕੇਜ ਜਿਹੜੀ ਸੀ ਉਹ ਰੇਤ ਮਾਫੀਏ ਦੇ ਰਾਹੀਂ, ਲੀਕੇਜ ਜਿਹੜੀ ਸੀ ਟਰਾਂਸਪੋਰਟ ਮਾਫੀਏ ਦੇ ਰਾਹੀਂ। ਉਹ ਜਿਹੜੇ ਸਾਡੇ ਪੋਲੀਟੀਸ਼ੀਅਨ ਸੀਗੇ, ਜਿਹੜੇ ਸਾਡੇ ਰਾਜਕਰਤਾ ਲੋਕ ਸੀਗੇ, ਉਹਨਾਂ ਦੇ ਘਰਾਂ ਜਾਂਦੀ ਸੀਗੀ ਔਰ ਕਦੇ ਕਿਸੇ ਨੂੰ ਆਪਦਿਆਂ ਨੂੰ ਜਿਹੜਾ ਹੈਗਾ ਟੈਂਡਰ ਸਸਤੇ ਦੇਤੇ, ਸਰਕਾਰ ਨੂੰ ਚੂਨਾ ਲਾਤਾ ਔਰ ਬਹੁਤ ਸਾਰੇ ਨੇਗੇ, ਕਿਉਂਕਿ ਅਜੇ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ, ਇਸ ਕਰਕੇ ਮੈਂ ਜ਼ਿਆਦਾ ਨਹੀਂ ਬੋਲਣਾ ਚਾਹੂੰਗਾ। ਬਹੁਤ ਸਾਰੀ ਵੱਡੀ ਪੱਧਰ ਤੇ ਲੀਕੇਜ ਜਿਹੜੀ ਸੀਗੀ ਹਰ ਪਾਸੇ ਹੁੰਦੀ ਸੀ। ਲੋਕ ਇਮਾਨਦਾਰ ਦੇ ਟੈਕਸ ਦਿੰਦੇ ਸੀਗੇ, ਲੋਕਾਂ ਵੱਲੋਂ ਕੋਈ ਕਮੀ ਨਹੀਂ ਸੀਗੀ, ਲੋਕਾਂ ਵੱਲੋਂ ਕੋਈ ਕਮੀ ਨਹੀਂ ਸੀ, ਪੰਜਾਬ ਦੇ ਵੱਲੋਂ, ਇੰਡਸਟਰੀਅਲਿਸਟਾਂ ਵੱਲੋਂ ਕੋਈ ਕਮੀ ਨਹੀਂ ਸੀਗੀ, ਪੰਜਾਬ ਦੇ ਕਿਸੇ ਵਰਗ ਵੱਲੋਂ ਕੋਈ ਕਮੀ ਨਹੀਂ ਸੀਗੀ। ਪਰ ਲੇਕਿਨ ਅਫਸੋਸ ਸਾਡੇ ਪੋਲੀਟੀਸ਼ੀਅਨ, ਸਾਡਾ ਰਾਜ ਪ੍ਰਬੰਧ ਪੁਰਾਣੀਆਂ ਪਾਰਟੀਆਂ ਦਾ ਜਿਹੜੀਆਂ ਉਹ ਮਾੜਾ ਸੀਗਾ ਔਰ ਲੀਕੇਜ ਹੁੰਦੀ ਸੀ। ਉਹਨਾਂ ਦੇ ਘਰਾਂ 'ਚ ਪੈਸਾ ਜਾਂਦਾ ਸੀਗਾ, ਉਹਨਾਂ ਦੇ ਪਰਿਵਾਰ ਪਲਦੇ ਸੀਗੇ। ਪਰ ਲੇਕਿਨ ਸਾਡਾ ਮਕਸਦ ਆ ਕਿ ਸਾਰਾ ਪੈਸਾ ਕੱਲਾ ਇੱਕ ਪੈਸਾ ਖਜ਼ਾਨੇ 'ਚ ਆਵੇ ਔਰ ਪੰਜਾਬ ਸੂਬੇ ਦੀ ਬਿਹਤਰੀ ਲਈ ਉਹ ਖਰਚ ਹੋਵੇ। ਅੱਛਾ, ਇੰਡਸਟਰੀ ਦੀ ਗੱਲ ਕਰ ਰਹੇ ਸੀ ਚੀਮਾ ਸਾਹਿਬ, ਖਾਸ ਤੌਰ ਤੇ ਸਟੀਲ ਇੰਡਸਟਰੀ ਮੰਡੀ ਗੋਬਿੰਦਗੜ੍ਹ ਦੀ ਗੱਲ ਕਰੀਏ ਆਪਾਂ, ਕਾਫੀ ਉੱਥੇ ਜਿਹੜੇ ਸੀਗੇ ਕਾਰੋਬਾਰੀ ਸੀ ਉਹ ਕਾਫੀ ਡਾਊਨ ਚਲੇ ਗਏ ਹੁਣ, ਕਿਉਂਕਿ ਕਾਫੀ ਡਾਊਨ ਚਲੀ ਗਈ ਪੂਰੀ ਇੰਡਸਟਰੀ। ਉਸ ਇੰਡਸਟਰੀ ਦੇ ਲਈ ਤੁਸੀਂ ਕੁਝ ਖਾਸ ਪਲਾਂਟ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਬਜਟ ਵੀ ਰੱਖਿਆ, ਹਾਲਾਂਕਿ ਉਸ ਦੇ ਲਈ ਕੋਈ ਖਾਸ ਪਲਾਨ ਤੁਹਾਡਾ ਕੋਈ? ਬਿਲਕੁਲ, ਮੰਡੀ ਗੋਬਿੰਦਗੜ੍ਹ, ਬਟਾਲਾ, ਹੋਰ ਬਹੁਤ ਸਾਰੇ ਸ਼ਹਿਰ ਨੇ, ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਕਾਫੀ ਸਾਰੀ ਇੰਡਸਟਰੀ ਦੇ ਖੇਤਰ ਨੇ ਪੰਜਾਬ 'ਚ ਵੱਡੀ ਪੱਧਰ ਤੇ। ਅੱਗੇ ਕੀ ਹੁੰਦਾ ਸੀ, ਜਦੋਂ ਕਦੇ ਮੰਡੀ ਗੋਬਿੰਦਗੜ੍ਹ ਗੁਜ਼ਰਦੇ ਸੀਗੇ ਜਾਂ ਬਟਾਲੇ ਜਾਂਦੇ ਸੀ, ਚਿਮਨੀਆਂ 'ਚ ਧੂਆਂ ਜਿਹੜਾ ਨਿਕਲਦਾ ਦਿਖਾਈ ਦਿੰਦਾ ਹੁੰਦਾ ਸੀਗਾ। ਬਿਲਕੁਲ ਦੇਖਦੇ ਹੁੰਦੇ ਸੀਗੇ ਕਿ ਹਾਂ ਇੰਡਸਟਰੀ ਕੰਮ ਕਰ ਰਹੀ ਹੈ। ਪਰ ਲੇਕਿਨ ਪੁਰਾਣੀਆਂ ਸਰਕਾਰਾਂ ਦੀਆਂ ਪਾਲਿਸੀਆਂ ਦੇ ਕਾਰਨ, ਮਾੜੇ ਰਾਜ ਪ੍ਰਬੰਧ ਦੇ ਕਾਰਨ ਬਹੁਤ ਸਾਰੇ ਇੰਡਸਟਰੀਅਲਿਸਟ ਪੰਜਾਬ ਛੱਡ ਕੇ ਚਲੇ ਗਏ। ਸਾਡੇ ਗੁਆਂਢੀ ਸੂਬੇ, ਸਾਡਾ ਗੁਆਂਢੀ ਸੂਬਾ ਹਿਮਾਚਲ ਪ੍ਰਦੇਸ਼, ਸਾਡਾ ਗੁਆਂਢੀ ਸੂਬਾ ਜੰਮੂ ਕਸ਼ਮੀਰ, ਉੱਥੇ ਪੰਜਾਬ ਦੀ ਇੰਡਸਟਰੀ ਚਲੀ ਗਈ, ਹਰਿਆਣੇ 'ਚ ਪੰਜਾਬ ਦੀ ਇੰਡਸਟਰੀ ਚਲੀ ਗਈ। ਪਰ ਲੇਕਿਨ ਹੁਣ ਜਦੋਂ ਨਵੀਂ ਪਾਲਿਸੀ ਅਸੀਂ ਅਨਾਉਂਸ ਕਰਾਂਗੇ, ਸਾਰਾ ਧਿਆਨ ਰੱਖਾਂਗੇ, ਉਹਨਾਂ ਨੂੰ ਇਨਸੈਂਟਿਵ ਦੇਵਾਂਗੇ, ਉਹਨਾਂ ਨੂੰ ਰਾਹਤ ਦੇਵਾਂਗੇ ਤਾਂ ਕਿ ਉਹ ਇੰਡਸਟਰੀ ਪੰਜਾਬ 'ਚ ਆਵੇ। ਕਿਉਂਕਿ ਇੰਡਸਟਰੀ ਜਦੋਂ ਪੰਜਾਬ 'ਚ ਆਊਗੀ ਤਾਂ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਮਿਲੂਗਾ। ਜਦੋਂ ਰੁਜ਼ਗਾਰ ਮਿਲੂਗਾ ਤਾਂ ਉਹ ਬਾਹਰਲੇ ਦੇਸ਼ਾਂ ਜਾਣ ਨੂੰ ਰੁਕਣਗੇ ਨਹੀਂ। ਇਹ ਟ੍ਰੈਂਡ ਕੀ ਹੈ ਤੁਹਾਨੂੰ ਪਤਾ ਕਿ ਬ੍ਰੇਨ ਡਰੇਨ ਹੋ ਰਿਹਾ ਹੈਗਾ ਵੱਡੀ ਪੱਧਰ ਤੇ। ਜਿਹੜਾ ਬੱਚੇ ਨੇ ਸਾਡੇ ਉਹ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਨੇ, ਉਹਨਾਂ ਨੂੰ ਰੋਕਣਾ ਵੀ ਸਾਡੀ ਜ਼ਿੰਮੇਵਾਰੀ ਆ। ਸੋ ਉਸ ਦੇ ਲਈ ਇੰਡਸਟਰੀ ਦਾ ਆਉਣਾ, ਵੱਡੀ ਇੰਡਸਟਰੀ ਦਾ ਆਉਣਾ, ਛੋਟੀ ਇੰਡਸਟਰੀ ਦਾ ਆਉਣਾ, ਉਹ ਸਾਡਾ ਅਸੀਂ ਬਿਲਕੁਲ ਜਿਹੜੀ ਪਾਲਿਸੀ ਸਾਰਾ ਉਹਨਾਂ ਨੂੰ ਰੋਕਣ ਲਈ ਇੱਥੇ ਰੋਜ਼ਗਾਰ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਚੀਮਾ ਸਾਹਿਬ। ਉਹਨਾਂ ਦੇ ਕੰਮ ਕਰਨ ਲਈ ਵੀ ਕੋਈ ਇਹੋ ਜਿਹੇ ਸਾਧਨ ਹੋਣੇ ਚਾਹੀਦੇ, ਨਵੇਂ ਮੌਕੇ ਪੈਦਾ ਹੋਣੇ ਚਾਹੀਦੇ ਆ ਤਾਂ ਜੋ ਕਿ ਉਹ ਕੁਝ ਦਿਖਦਾ ਜਿਹੜਾ ਹੈ ਉਸ ਕਰਕੇ ਰੁਕ ਸਕਣ। ਬਿਲਕੁਲ, ਜਦੋਂ ਨਵੀਂ ਪਾਲਿਸੀ ਆਊਗੀ, ਜਦੋਂ ਸਾਡੇ ਨਵੇਂ ਜਿਹੜੇ ਇੰਡਸਟਰੀਅਲਿਸਟ ਲੋਕ ਨੇਗੇ, ਜਿਹੜੇ ਇੰਡਸਟਰੀ ਚਲਾਉਂਦੇ ਨੇਗੇ ਜਾਂ ਨਵੇਂ ਸਟਾਰਟਅਪ ਕਰਨਾ ਚਾਹੁੰਦੇ ਨੇ, ਨਵੀਂ ਇੰਡਸਟਰੀ ਲਾਉਣਾ ਚਾਹੁੰਦੇ ਨੇ, ਜਦੋਂ ਇੰਡਸਟਰੀ ਲੈ ਕੇ ਸੂਬੇ 'ਚ ਆਉਣਗੇ, ਇੰਡਸਟਰੀ ਲੱਗੂਗੀ ਤਾਂ ਬਿਲਕੁਲ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਦਾ ਕਨਫੀਡੈਂਸ ਜਿਹੜਾ ਹੈਗਾ, ਉਹਨਾਂ ਦਾ ਵਿਸ਼ਵਾਸ ਜਿਹੜਾ ਹੈਗਾ ਸੂਬੇ ਦੇ ਵਿੱਚ ਵਧੂਗਾ, ਸੂਬੇ ਦੀ ਆਰਥਿਕਤਾ 'ਚ ਵਧੂਗਾ ਔਰ ਬਿਲਕੁਲ ਉਹ ਰਹਿਣਗੇ, ਸਟੇ ਕਰਨਗੇ ਔਰ ਸਟੇ ਕਰਕੇ ਸਾਡੀ ਇੰਡਸਟਰੀ 'ਚ ਆਪਣੇ ਆਪ ਨੂੰ ਜਿਹੜਾ ਹੈਗਾ ਉਹ ਸਾਬਤ ਕਰਨਗੇ। ਔਰ ਜਦੋਂ ਸਾਡੀ ਇੰਡਸਟਰੀ 'ਚ ਆਉਣਗੇ ਸਾਡਾ ਸੂਬਾ ਵੀ ਤਰੱਕੀ ਕਰੂਗਾ। ਅੱਛਾ, ਤੁਸੀਂ ਕਿਹਾ ਅੱਜ ਸੂਬੇ ਦੀ ਪੋਜੀਸ਼ਨ ਜਿਹੜੀ ਆ 19ਵੇਂ ਨੰਬਰ ਤੇ ਪਹੁੰਚ ਗਿਆ। ਕਾਫੀ ਸਾਰੇ ਅੱਜ ਤੋਂ ਥੋੜਾ ਸਮਾਂ ਪਹਿਲਾਂ, 20 ਸਾਲ ਪਹਿਲਾਂ ਪੰਜਾਬ ਜਿਹੜਾ ਸੀਗਾ ਨੰਬਰ 1 ਸੂਬਾ ਹੁੰਦਾ ਸੀਗਾ, ਅੱਜ ਉਹ 19ਵੇਂ ਨੰਬਰ ਤੇ ਜਿਹੜਾ ਪਹੁੰਚ ਗਿਆ। ਸਾਡਾ ਗੁਆਂਢੀ ਸੂਬਾ ਸਾਤੋਂ ਪਿੱਛੇ ਹੁੰਦਾ ਸੀਗਾ, ਹਰਿਆਣਾ ਸਾਤੋਂ ਪਿੱਛੇ ਸੀ, ਹਿਮਾਚਲ ਸਾਤੋਂ ਪਿੱਛੇ ਦੀ। ਪਰ ਕੈਪੀਟਾ ਇਨਕਮ ਦੇ ਵਿੱਚ ਅਸੀਂ ਬਹੁਤ ਅੱਗੇ ਸੀ, ਪੰਜਾਬ ਬਹੁਤ ਅੱਗੇ ਸੀ। ਅੱਜ ਹਿਮਾਚਲ ਸਾਤੋਂ ਕਿੱਥੇ ਅੱਗੇ ਨਿਕਲ ਗਿਆ, ਈਵਨ ਕਿ ਹਰਿਆਣਾ ਸਾਤੋਂ ਅੱਗੇ ਨਿਕਲ ਗਿਆ। ਬਿਲਕੁਲ ਸੱਚ ਹੈਗਾ ਕਿ ਹਰਿਆਣੇ 'ਚ GST ਦੀ ਕਲੈਕਸ਼ਨ ਬਹੁਤ ਜ਼ਿਆਦਾ ਗਈ, ਪੰਜਾਬ ਦੀ ਘੱਟ ਆ। ਉਹਦੇ ਕਈ ਕਾਰਨ ਨੇਗੇ, ਕਿਉਂਕਿ ਦਿੱਲੀ ਦੇ ਨਾਲ ਐਡਜੋਇਨਿੰਗ ਏਰੀਆ ਦੇ ਵਿੱਚ, ਦਿੱਲੀ ਦੇ ਆਲੇ ਦੁਆਲੇ ਹਰਿਆਣੇ ਦਾ ਖੇਤਰ ਲੱਗਦਾ ਗਾ ਔਰ ਉਸ ਦੇ ਨਾਲ ਉੱਤੇ ਕਲੈਕਸ਼ਨ ਜਿਹੜੀ ਆ GST ਦੀ ਬਹੁਤ ਜ਼ਿਆਦਾ ਗਈ। ਬਿਲਕੁਲ ਅਸੀਂ ਇਹਦੀ ਕਲੈਕਸ਼ਨ ਪੰਜਾਬ ਸੂਬੇ ਦੀ ਜਿਹੜੀ ਚੋਰੀ ਹੋ ਰਹੀ ਹੈ ਉਹ ਤੋਂ ਰੋਕ ਨਹੀਂ ਦਿਆਂਗੇ ਔਰ ਨਵੇਂ ਸਾਧਨ ਕਿਵੇਂ ਪੈਦਾ ਕਰਨੇ ਉਹ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਨੇ। ਅੱਛਾ, ਤੁਸੀਂ ਗੁਆਂਢੀ ਸੂਬੇ ਦੀ ਗੱਲ ਕੀਤੀ ਹਿਮਾਚਲ ਦੀ, ਇੰਡਸਟਰੀ ਕਿਉਂ ਜਾ ਰਹੀ ਹੈ, ਕਾਰਨ ਕੀ ਰਹੀ? ਕਿਉਂਕਿ ਉੱਥੇ ਸਬਸਿਡੀ ਹੈ, ਬਿਜਲੀ ਤੇ ਸਬਸਿਡੀ ਹੈ। ਅਜਿਹੀ ਕੋਈ ਪਾਲਿਸੀ ਕਾਰੋਬਾਰੀਆਂ ਦੇ ਲਈ ਜਿਹੜੀ ਇੰਡਸਟਰੀ ਉੱਧਰ ਲੱਗ ਰਹੀ ਹੈ ਉਹਨਾਂ ਨੂੰ ਰੋਕਣ ਦੇ ਲਈ ਤੁਸੀਂ ਖਾਸ ਪਾਲਿਸੀ ਕੋਈ, ਜਿਵੇਂ ਬਿਜਲੀ ਸਬਸਿਡੀ ਹੋਗੀ ਜਾਂ ਫਿਰ ਉੱਥੇ ਇੰਡਸਟਰੀ ਲਾਉਣ ਦੀ ਕੋਈ, ਪੰਜਾਬ ਦੇ ਵਿੱਚ ਇੰਡਸਟਰੀ ਲਾਉਣ ਦੀ ਕੋਈ ਤੁਹਾਡੀ ਸਬਸਿਡੀ, ਉਸ ਹਿਸਾਬ ਦਾ ਕੋਈ ਪਲਾਨ ਕਰ ਰਹੇ ਹੋ ਕੁਝ? ਬਿਲਕੁਲ, ਜਦੋਂ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਜੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵਜ਼ੀਰ ਸੀਗੇ,
ਕੈਬਨਿਟ ਮਿਨਿਸਟਰ ਸੀਗੇ, ਸਟੇਟ ਦੇ ਕੈਬਨਿਟ ਮਿਨਿਸਟਰ ਸੀਗੇ। ਉਸ ਸਮੇਂ ਇੰਡਸਟਰੀ ਪਾਲਿਸੀ ਗਵਰਨਮੈਂਟ ਆਫ ਇੰਡੀਆ ਨੇ ਅਨਾਉਂਸ ਕੀਤੀ ਸੀਗੀ ਔਰ ਉਸ ਸਮੇਂ ਉਹਨਾਂ ਨੇ ਪੰਜਾਬ ਦਾ ਹਿੱਤ ਨਹੀਂ ਪ੍ਰੋਟੈਕਟ ਕੀਤਾ, ਪੰਜਾਬ ਨੂੰ ਪ੍ਰੋਟੈਕਟ ਨਹੀਂ ਕੀਤਾ। ਸਾਡਾ ਗੁਆਂਢੀ ਸੂਬੇ ਨੂੰ ਇਨਸੈਂਟਿਵ ਮਿਲ ਗਿਆ, ਹਿਮਾਚਲ ਪ੍ਰਦੇਸ਼ ਨੂੰ ਮਿਲ ਗਿਆ, ਜੰਮੂ ਕਸ਼ਮੀਰ ਨੂੰ ਮਿਲ ਗਿਆ, ਬਾਰਡਰ ਦੇ ਹੋਰ ਬਹੁਤ ਸਾਰੇ ਸਟੇਟਾਂ ਨੂੰ ਮਿਲ ਗਿਆ। ਇੰਡਸਟਰੀ ਜਿਹੜੀ ਹੈ ਸਾਰੀ ਉੱਥੇ ਚਲੀ ਗਈ। ਬਿਲਕੁਲ ਜਦੋਂ ਹੁਣ ਸਟੇਟ ਦੀ ਪਾਲਿਸੀ ਬਣਾ ਰਹੇ ਹਾਂ ਅਸੀਂ, ਸਟੇਟ ਦੀ ਪਾਲਿਸੀ ਬਣਾ ਰਹੇ ਤਾਂ ਸਾਰੀਆਂ ਗੱਲਾਂ ਧਿਆਨ ਰੱਖ ਰਹੇ ਹਾਂ, ਕਿਉਂਕਿ ਸਾਡਾ ਮੇਨ ਫੋਕਸ ਇਹ ਆ ਕਿ ਪੰਜਾਬ ਵਿੱਚ ਇੰਡਸਟਰੀ ਜਿਹੜੀ ਉਹ ਵੱਡੀ ਪੱਧਰ ਤੇ ਆਵੇ। ਜਦੋਂ ਇੰਡਸਟਰੀ ਆਊਗੀ ਤਾਂ ਪੰਜਾਬ ਤਰੱਕੀ ਕਰੂਗਾ। ਚੀਮਾ ਸਾਹਿਬ, ਸਵਾਲ ਕਾਫੀ ਨੇ, ਖੈਰ ਸਮਾਂ ਵੀ ਹੁੰਦਾ ਜਾ ਰਿਹਾ, ਤੁਹਾਡਾ ਵੀ ਬਹੁਤ ਸਾਰੇ ਰੁਝੇਵੇਂ ਹੋਣਗੇ। ਮੈਂ ਕੁਝ ਗੱਲਾਂ ਥੋੜ੍ਹੀ ਜਿਹੀਆਂ ਬੜੀਆਂ ਫੈਕਟ ਦੇ ਨਾਲ ਪੁੱਛਣਾ ਚਾਹੁੰਦਾ। ਤੁਸੀਂ 1.5 ਲੱਖ ਕਰੋੜ ਦਾ ਜਿਸ ਤਰੀਕੇ ਨਾਲ ਬਜਟ ਪੇਸ਼ ਕੀਤਾ, ਉਹਦੇ ਵਿੱਚੋਂ ਸਾਡੇ 66,000 ਕਰੋੜ ਦੇ ਫਿਕਸਡ ਖਰਚੇ ਹੈ, 96,000 ਕਰੋੜ ਦੇ ਤਕਰੀਬਨ ਸਾਡੀ ਕਮਾਈ ਹੈ। ਜਿਹੜਾ ਉਹ ਗੈਪ ਹੈ, ਇੱਕ ਤਾਂ ਉਹਨੂੰ ਅਸੀਂ ਕਿਵੇਂ ਪੂਰਾ ਕਰਾਂਗੇ? ਦੂਜੀ ਗੱਲ ਇਹ ਹੈ ਕਿ ਆਲਰੇਡੀ ਪੰਜਾਬ ਦੇ ਉੱਤੇ 3 ਲੱਖ ਕਰੋੜ ਦਾ ਕਰਜ਼ਾ ਸੀ ਜਦੋਂ ਤੁਸੀਂ ਇਹ ਤਾਜ ਸੰਭਿਆ, ਹਾਲਾਂਕਿ ਕੰਡਿਆਂ ਦਾ ਤਾਜ ਸੀਗਾ, ਤੇ ਉਸ ਤੋਂ ਬਾਅਦ ਫਿਰ ਤੁਹਾਡੀ ਸਰਕਾਰ ਨੂੰ ਕਰਜ਼ਾ ਲੈਣ ਦੀ ਨੌਬਤ ਆਈ ਤੇ ਹੁਣ ਤੱਕ ਵੀ ਤੁਸੀਂ ਕਾਫੀ ਕਰਜ਼ਾ ਲੈ ਚੁੱਕੇ ਹੋ। ਤਾਂ ਇਸ ਸਿਚੁਏਸ਼ਨ ਦੇ ਵਿੱਚ ਨਵੀਆਂ ਪਾਲਿਸੀਆਂ ਜਿਹੜੀਆਂ ਹੋਰ ਜਿਹੜੇ ਐਲਾਨ ਕੀਤੇ ਆ ਉਹਨਾਂ ਨੂੰ ਪੂਰਾ ਕਰਨਾ ਕਿੰਨਾ ਕੁ ਸੌਖਾ ਰਹੂਗਾ? ਦੇਖੋ, ਬੜੇ ਲੰਬੇ ਅਰਸੇ ਤੋਂ ਲਗਭਗ ਬਹੁਤ ਸਾਰੇ ਸੂਬੇ ਦੇਸ਼ ਦੇ ਜਿਹੜਾ ਹੈਗਾ ਕਰਜ਼ਾ ਲੈ ਰਹੇ ਨੇ ਕਿ ਬਹੁਤ ਸਾਰੇ ਸੂਬਿਆਂ ਦੀ ਪੋਜੀਸ਼ਨ ਜਿਹੜੀ ਆ ਪੰਜਾਬ ਤੋਂ ਵੀ ਮਾੜੀ ਆ। ਪੰਜਾਬ ਉੱਤੇ ਇਸ ਸਮੇਂ ਲਗਭਗ 3.25 ਲੱਖ ਕਰੋੜ ਦਾ ਕਰਜ਼ਾ ਗਾ ਔਰ ਪਿਛਲੇ 25 ਸਾਲਾਂ 'ਚੋਂ ਇਸ ਦੀ ਰਫ਼ਤਾਰ ਜਿਹੜੀ ਆ ਬੜੀ ਤੇਜ਼ੀ ਦੇ ਨਾਲ ਵਧੀ ਔਰ ਬਹੁਤ ਸਾਰੀਆਂ ਪਾਲਿਸੀਆਂ ਜਿਹੜੀਆਂ ਨਵੀਆਂ ਇਸ ਤਰ੍ਹਾਂ ਦੀਆਂ ਲੈ ਕੇ ਆਉਂਦੀਆਂ ਜਿਹੜੀਆਂ ਪੰਜਾਬ ਲਈ ਮਾਰੂ ਸਾਬਤ ਹੋਈਆਂ, ਜਿਨ੍ਹਾਂ ਨੇ। ਔਰ ਦੂਜਾ, ਜਦੋਂ GST ਰਜੀਮ ਆਈ, ਜਿਵੇਂ ਪਿਛਲੇ 5 ਸਾਲ ਦੀ ਗੱਲ ਕਰਾਂ, ਪਿੱਛੇ ਨਾ ਜਾਈਏ, ਤਾਂ ਜਦੋਂ GST ਦੀ ਰਜੀਮ ਆਈ ਤਾਂ ਕੰਪਨਸੇਸ਼ਨ ਜਿਹੜਾ ਹੈਗਾ ਉਹ ਗਵਰਨਮੈਂਟ ਆਫ ਇੰਡੀਆ ਨੇ ਅਨਾਉਂਸ ਕੀਤਾ ਕਿ ਕੰਪਨਸੇਸ਼ਨ ਦੇਵਾਂਗੇ ਜਿਨ੍ਹਾਂ ਨੇ ਆਪਣੇ ਜੇਕਰ ਟੀਚੇ ਸੂਬੇ ਕੋਈ ਸਟੇਟ ਜਿਹੜਾ ਹੈਗਾ ਆਪਣੇ ਟੀਚਾ ਮਿਥ ਲਿਆ ਕਿ ਅਸੀਂ 5% ਗਰੋਥ ਕਰਨੀ ਆ, 10% ਗਰੋਥ ਕਰਨੀ ਆ GST 'ਚ, ਜੇ ਉਹ ਗਰੋਥ ਨਹੀਂ ਹੁੰਦੀ ਤਾਂ ਗਵਰਨਮੈਂਟ ਆਫ ਇੰਡੀਆ ਜਿਹੜੀ ਆ ਉਹ 14% ਤੱਕ ਜਿਹੜਾ ਕੰਪਨਸੇਸ਼ਨ ਦੇਊਗਾ। ਪਰ ਲੇਕਿਨ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾਗਾ ਕਿ ਪਿਛਲੇ 5 ਸਾਲਾਂ ਵਿੱਚ ਕੋਈ ਵੀ ਐਫਰਟ ਨਹੀਂ ਹੋਇਆ ਕਿ ਪੰਜਾਬ ਦੀ ਇਕਨੋਮੀ ਨੂੰ ਪੈਰਾਂ ਸਿਰ ਕਿਵੇਂ ਕਰਨਾਗਾ, ਪੰਜਾਬ ਦੀ ਗਰੋਥ ਅੱਗੇ ਕਿਵੇਂ ਲੈ ਕੇ ਜਾਣੀ ਹੈ। ਸਿਰਫ ਤੇ ਸਿਰਫ ਉਸ ਕੰਪਨਸੇਸ਼ਨ ਤੇ ਜਿਹੜਾ ਗਵਰਨਮੈਂਟ ਆਫ ਇੰਡੀਆ ਦੁਆਰਾ ਦਿੱਤਾ ਜਾਂਦਾ ਸੀਗਾ ਉਹਦੇ ਡਿਪੈਂਡ ਕਰਦੇ ਰਹੇ ਔਰ ਸੂਬੇ ਦੇ ਐਡੀਸ਼ਨਲ ਜਿਹੜੇ ਰਿਸੋਰਸਸ ਸੀਗੇ ਉਹਨਾਂ ਨੂੰ ਜਨਰੇਟ ਕਰਨ ਲਈ ਇੱਕ ਵੀ ਕਦਮ ਜਿਹੜਾ ਪੁਰਾਣੀ ਸਰਕਾਰ ਨਹੀਂ ਚੁੱਕਿਆ। ਸੋ ਅੱਜ ਹਾਲਾਤ ਇਹ ਨੇ ਕਿ ਅੱਜ ਲਗਭਗ 16,000 ਕਰੋੜ ਰੁਪਈਆ ਸਾਨੂੰ ਸਾਲਾਨਾ ਜਿਹੜਾ ਕੰਪਨਸੇਸ਼ਨ ਗਵਰਨਮੈਂਟ ਆਫ ਇੰਡੀਆ ਦਿੰਦੀ ਸੀਗੀ ਉਹ 30 ਜੂਨ ਤੋਂ ਬੰਦ ਹੋ ਗਿਆ। ਸੋ ਉਸ ਦੇ ਲਈ ਸਾਨੂੰ ਐਡੀਸ਼ਨਲ ਸਾਧਨ ਪੈਦਾ ਕਰਨੇ ਪੈ ਰਹੇ ਨੇ। ਬਿਲਕੁਲ ਕਰ ਰਹੇ ਹਾਂਗੇ, ਸਾਡੀ ਜ਼ਿੰਮੇਵਾਰੀ ਲਾਈ ਆ, ਪੰਜਾਬ ਦੇ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂਗੇ। ਐਡੀਸ਼ਨਲ ਸਾਧਨ ਪੈਦਾ ਹੋ ਰਹੇ ਨੇ ਕਿ ਮੈਂ ਪਹਿਲਾਂ ਜ਼ਿਕਰ ਕੀਤਾਗਾ ਕਿ ਅਸੀਂ ਰੈਵਨਿਊ ਐਕਸਾਈਜ਼ ਦੇ ਵਿੱਚ, GST ਦੇ ਵਿੱਚ, ਹੋਰ ਬਹੁਤ ਸਾਰੇ ਥਾਵਾਂ ਦੇ ਵਿੱਚ ਟਾਰਗੇਟ ਫਿਕਸ ਕੀਤੇ ਨੇਗੇ ਕਿ ਸਾਡਾ ਰੈਵਨਿਊ ਵਧੇ। ਜਦੋਂ ਰੈਵਨਿਊ ਵਧੂਗਾ ਤਾਂ ਅਸੀਂ ਪੂਰਾ ਹੋ ਸਕਦੇ ਹਾਂ। ਪਰ ਲੇਕਿਨ ਅਫਸੋਸ ਕਿ ਪੁਰਾਣੀਆਂ ਸਰਕਾਰਾਂ ਨੇ ਯਤਨ ਨਹੀਂ ਕੀਤੇ। ਜੇਕਰ ਇਹੀ ਯਤਨ ਜਿਹੜੇ ਅਸੀਂ ਸ਼ੁਰੂ ਕੀਤੇ ਨੇ ਇਹ ਪਹਿਲਾਂ 5 ਸਾਲ ਸ਼ੁਰੂ ਹੋ ਜਾਂਦੇ ਤਾਂ ਅੱਜ ਪੰਜਾਬ ਦੀ ਹਾਲਾਤ ਇਹ ਨਹੀਂ ਹੋਣੇ ਸੀ, ਪੰਜਾਬ ਦੇ ਹਾਲਾਤ ਬਿਹਤਰ ਹੋਣੇ ਸੀ। ਰਹੀ ਗੱਲ ਕਰਜ਼ੇ ਦੀ, ਅਸੀਂ ਜਿੰਨਾ ਬਿਲਕੁਲ ਅੱਜ ਹਾਲਾਤ ਇਹ ਨਹੀਂ, ਕਰਜ਼ੇ ਤੋਂ ਬਿਨਾਂ ਨਹੀਂ ਜਿਹੜਾ ਅੱਗੇ ਵਧਿਆ ਜਾ ਸਕਦਾਗਾ। ਪਰ ਲੇਕਿਨ ਅਸੀਂ ਜਿਹੜਾ ਪੁਰਾਣਾ ਕਰਜ਼ਾ ਗਾ ਉਹ ਵੀ ਮੋੜ ਰਹਾਂਗੇ। ਅਸੀਂ ਕਰਜ਼ਾ ਘੱਟ ਲੈ ਰਹੇ ਹਾਂ, ਟਾਰਗੇਟ ਬਹੁਤ ਵੱਡਾ ਗਾ, ਅਸੀਂ ਕਰਜ਼ਾ ਜ਼ਿਆਦਾ ਲੈ ਸਕਦੇ ਹਾਂਗੇ, ਅਸੀਂ ਕਰਜ਼ਾ ਲੈ ਸਕਦੇ ਹਾਂ, ਪਰ ਨਹੀਂ, ਅਸੀਂ ਕਰਜ਼ਾ ਘੱਟ ਲੈ ਰਹਾਂਗੇ, ਜ਼ਿਆਦਾ ਅਸੀਂ ਰੀਪੇ ਕਰ ਰਹਾਂਗੇ। ਸਰਵਿਸ ਜਿਹੜੀ ਹੈਗੀ ਆ, ਡੈਟ ਦੀ ਸਰਵਿਸ ਆ, ਪ੍ਰਿੰਸੀਪਲ ਅਮਾਊਂਟ, ਇੰਟਰਸਟ ਜਿਹੜਾ ਹੈਗਾ ਉਹ ਜ਼ਿਆਦਾ ਮੋੜ ਰਹਾਂਗੇ, ਉਹ ਜਿਹੜਾ ਕਰਜ਼ਾ ਉਹ ਘੱਟ ਲੈ ਰਹੇ ਤਾਂ ਕਿ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਕਰਜ਼ਾ ਜਿਹੜਾ ਹੈਗਾ ਉਹ ਅੱਗੇ ਨਾ ਵਧੇ ਔਰ ਜਿਹੜਾ ਹੈਗਾ ਉਹ ਘਟੇ। ਇਹਦੇ ਲਈ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਯਤਨ ਕਰ ਰਹੇ ਨੇ। ਠੀਕ ਹੈ ਚੀਮਾ ਸਾਹਿਬ, ਹੋਰ ਜ਼ਿਆਦਾ ਅਸੀਂ ਕੁਝ ਨਹੀਂ ਕਰਾਂਗੇ, ਕੋਈ ਜ਼ਿਆਦਾ ਸਵਾਲ ਵੀ ਨਹੀਂ ਲਵਾਂਗੇ ਕਿਉਂਕਿ ਹਲੇ ਜੁਮੇ ਸਰਕਾਰ ਆਈ ਹੈ। ਕੋਈ ਗੱਲ ਨਹੀਂ, ਸਮਾਂ, ਮੈਂ ਤਾਂ ਇੱਥੇ ਵੀ ਲੋਕਾਂ ਨੂੰ ਵੀ ਇਹ ਗੱਲ ਕਹਾਂਗਾ ਕਿ ਹਲੇ ਆਪਾਂ ਸਮਾਂ ਦਈਏ ਕਿਉਂਕਿ ਆਲਰੇਡੀ ਅਸੀਂ ਬਹੁਤ ਸਮਾਂ ਪਹਿਲਾਂ ਦੇ ਚੁੱਕੇ ਹਾਂ ਔਰ ਉਹ ਸਮੇਂ ਦੇ ਵਿੱਚ ਬਹੁਤ ਕੁਝ ਪਾਇਆ ਤੇ ਬਹੁਤ ਕੁਝ ਗਵਾਇਆ ਵੀ ਹੈਗਾ। ਸੋ ਉਮੀਦ ਕਰਦੇ ਹਾਂ ਇਸ ਆਸ ਨਾਲ ਇਸ ਚਰਚਾ ਨੂੰ ਇੱਥੇ ਵਿਰਾਮ ਦੇਵਾਂਗੇ ਕਿ ਆਉਂਦੇ ਸਾਲਾਂ ਦੇ ਵਿੱਚ, ਆਉਂਦੇ ਮਹੀਨਿਆਂ ਦੇ ਵਿੱਚ ਪੰਜਾਬ ਜਿਹੜਾ ਤੁਸੀਂ ਰੰਗਲਾ ਬਣਾਉਣ ਦੀ ਗੱਲ ਕਰਦੇ ਹੋ ਉਹ ਰੰਗਲਾ ਬਣੂਗਾ। ਲੋਕਾਂ ਦੇ ਚਿਹਰਿਆਂ ਦੇ ਉੱਤੇ ਉਹ ਹਾਸੇ ਮੁੜ ਕੇ ਆਉਣਗੇ। ਜਿਹੜੇ ਮਾਵਾਂ ਦੇ ਪੁੱਤ ਦੂਰ ਬੈਠੇ ਆ ਉਹ ਜਿਵੇਂ ਭਗਵੰਤ ਮਾਨ ਜੀ ਕਹਿੰਦੇ ਕਿ ਇੱਥੇ ਵਾਪਸ ਆਉਣਗੇ, ਉਹ ਉਹਨਾਂ ਦੇ ਨਾਲ ਹੋਣਗੇ। ਸਵੇਰੇ ਉੱਠ ਕੇ ਜਦੋਂ ਮਾਂ ਪਿਓ ਦਾ ਮੂੰਹ ਵੇਖ ਕੇ ਬੰਦਾ ਕੰਮ ਤੇ ਜਾਂਦਾ ਤੇ ਉਹਦੇ ਚਿਹਰੇ ਦੀ ਲਾਲੀ ਕੋਈ ਵੱਖਰੀ ਹੁੰਦੀ ਹੈ। ਸੋ ਇਸੇ ਆਸ ਨਾਲ ਕਹਾਂਗੇ ਕਿ ਤੁਸੀਂ ਬੜੇ ਸੁਚੱਜੇ ਤਰੀਕੇ ਦੇ ਨਾਲ ਔਰ ਚੰਗੀ ਸਾਫ਼ ਪਾਕ ਨੀਅਤ ਦੇ ਨਾਲ ਕੰਮ ਨੂੰ ਅੱਗੇ ਅੰਜਾਮ ਦੇਵੋਗੇ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ, ਥੈਂਕ ਯੂ।